हेलो एवरीवन, वेलकम टू पीवीएस क्लासेस। ਅੱਜ ਇਸ ਲੈਕਚਰ 'ਚ ਆਪਾਂ ਡਿਸਕਸ ਕਰਾਂਗੇ ਇੰਟੈਲੀਜੈਂਟ ਅਸਿਸਟੈਂਟ ਦੇ ਐਗਜ਼ਾਮ 'ਚ ਜੋ ਵੀ ਜੀਕੇ ਆਈ ਸੀ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਤੇ ਇਹਦੇ 'ਚ ਆਪਾਂ 10 ਸਤੰਬਰ ਦੇ ਸ਼ਿਫਟ 1 ਦੇ ਕੁਐਸਚਨਸ ਕਰ ਰਹੇ ਹਾਂ। ਫਸਟ ਕੁਐਸਚਨ ਹੈ ਕਿ ਕਿਹੜੀ ਸਟੇਟ ਨੇ ਕੀ ਆ ਔਰਤਾਂ ਦੇ ਲਈ 50% ਕੋਟਾ ਰਾਖਵਾਂ ਕੀਤੇ ਪੰਚਾਇਤੀ ਰਾਜ ਦੇ ਵਿੱਚ, ਪੰਚਾਇਤਾਂ ਦੇ ਵਿੱਚ। ਠੀਕ ਹੈ, ਕਿਹੜੀ ਫਸਟ ਸਟੇਟ ਸੀ? ਤਾਂ ਉਹ ਸਟੇਟ ਹੈ ਬਿਹਾਰ। ਨੈਕਸਟ ਕੁਐਸਚਨ ਆ कि डिस्ट्रिक्ट कोर्ट के बारे किहड़ी टर्म सही नहीं गी। डिस्ट्रिक्ट कोर्ट के बारे किहड़ी इन्हां चों गल सही नहीं गी। ठीक है, तो पहली गल आपां नूं पता वा डिस्ट्रिक्ट कोर्ट की आ, स्टेट गवर्नमेंट के अंडर आउंदी है। हाँ जी, बिल्कुल सही है। ठीक है, तो इन्हां दा एडमिनिस्ट्रेटिव कंट्रोल किहदे अंडर आ? हाई कोर्ट के अंडर। मतलब इन्हां दे जजां वगैरह की अपॉइंटमेंट कौन करदे आ? हाई कोर्ट के सीनियर जज, है ना, उन्हां दी सलाह ते हुंदी है। ते उस तो इलावा इन्हां दे फैसलिਆਂ ਦੇ ਵਿੱਚ ਕਿਸੇ भी तरह की ਜਿਹੜੀ दखलअंदाजी हाई कोर्ट कर सकदा वा, है ना। जिवें कोई भी ਇਹਨਾਂ ਦੇ ਫੈਸਲਿਆਂ ਨੂੰ ਜਿਵੇਂ ਲੋਅਰ ਕੋਰਟ ਨੇ, ਡਿਸਟ੍ਰਿਕਟ ਕੋਰਟ ਨੇ ਕੋਈ ਫੈਸਲਾ ਦਿੱਤਾ ਵਾ ਤਾਂ ਉਹਦੇ ਫੈਸਲਿਆਂ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ, ਹੈ ਨਾ। ਨੈਕਸਟ ਕੀ ਹੈ? ਦ ਐਡਮਿਨਿਸਟ੍ਰੇਟ ਜਸਟਿਸ ਇਨ ਇੰਡੀਆ ਐਟ ਡਿਸਟ੍ਰਿਕਟ ਲੈਵਲ। ਹਾਂਜੀ, ਤਾਂ ਇਹ ਡਿਸਟ੍ਰਿਕਟ ਲੈਵਲ ਤੇ ਬਣੀ ਹੁੰਦੀ ਹੈ। ਡਿਸਟ੍ਰਿਕਟ ਕੋਰਟ ਕੀ ਹੈ? ਡਿਸਟ੍ਰਿਕਟ ਲੈਵਲ ਤੇ ਬਣੀ ਹੁੰਦੀ ਹੈ। ਜਿਹੜੀ ਅਗਲੀ ਸਟੇਟਮੈਂਟ ਹੈ ਨਾ, ਇਹ ਰੋਂਗ ਆ। ਕੀ ਕਹਿੰਦੇ ਪਏ ਆ ਕਿ ਹਰੇਕ ਜ਼ਿਲ੍ਹੇ 'ਚ ਇੱਕ ਡਿਸਟ੍ਰਿਕਟ ਕੋਰਟ ਹੁੰਦੀ ਹੈ। ਜੀ ਨਹੀਂ, ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਕੋਰਟ ਹੋਣੀ ਲਾਜ਼ਮੀ नहीं गी। जिवें पंजाब 'ਚ 23 ਜ਼ਿਲ੍ਹੇ ਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਵਿੱਚ 23 ਡਿਸਟ੍ਰਿਕਟ ਕੋਰਟ ਹੋਣੀਆਂ ਲਾਜ਼ਮੀ ਆ। ਠੀਕ ਹੈ, ਡਿਸਟ੍ਰਿਕਟ ਕੋਰਟ ਇੱਕ ਤੋਂ ਵੱਧ ਜ਼ਿਲ੍ਹਿਆਂ ਦੀ ਸਾਂਝੀ ਵੀ ਹੋ ਸਕਦੀ ਹੈ। 2-3 ਜ਼ਿਲ੍ਹਿਆਂ ਦੀ ਸਾਂਝੀ ਡਿਸਟ੍ਰਿਕਟ ਕੋਰਟ ਵੀ ਇੱਕ ਹੋ ਸਕਦੀ ਹੈ। ਡਿਪੈਂਡ ਕਰਦਾ ਕਿ ਉਸ ਇਲਾਕੇ ਦੀ ਆਬਾਦੀ ਕਿੰਨੀ ਆ। ਠੀਕ ਹੈ, ਉਸ ਕੋਰਟ ਦੇ ਵਿੱਚ ਕੇਸਿਸ ਕਿੰਨੇ ਕੁ ਚੱਲ ਰਹੇ ਆ, ਉਹ ਸਾਰੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਵਾ ਕਿ ਡਿਸਟ੍ਰਿਕਟ ਕੋਰਟ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੋਊਗੀ ਜਾਂ 2 ਜ਼ਿਲ੍ਹਿਆਂ ਦੀ ਸਾਂਝੀ ਹੋਊਗੀ ਜਾਂ 3 ਜ਼ਿਲ੍ਹਿਆਂ ਦੀ ਸਾਂਝੀ ਡਿਸਟ੍ਰਿਕਟ ਕੋਰਟ ਹੋਊਗੀ। ਅੱਗੇ ਦੇਖੋ, ਐਲੀਫੈਂਟ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਵਾ? ਜੈਪੁਰ 'ਚ। ठीक है, भी याद रखना कित्थे मनाया जाता? जयपुर च। ते एक कदों मनाया जाता है? होली के फैसटीवल वेले। ठीक है, फरवरी मार्च महीने दे विच आउंदा वा तकरीबन। होली फैसटीवल वेले एलीफेंट फैसटीवल मनाया जाता वा। ठीक है, इहदे च की एलीफेंट का डांस भी हुंदा वा ते एलीफेंट पोलो। ठीक है, ये 2 गेम्स भी इहदे च खास करके परफॉर्म कीतियां जांदियां, एलीफेंट डांस ते एलीफेंट पोलो। नैक्सट, इफ यू आर वर्किंग on your personal computer on an important document and due to some reason your PC shut down and your data is erased and what is the type of memory? ठीक है, ਜਿਹੜੀ ਕੋਈ ਮੈਮਰੀ ਦੇ ਵਿੱਚੋਂ ਡਾਟਾ ਡਿਲੀਟ ਹੋ ਸਕਦਾ ਹੋਵੇ ਉਹ ਮੈਮਰੀ ਕਿਹੜੀ ਹੁੰਦੀ ਹੈ? ਜਿਹੜੀ ਮੈਮਰੀ ਦੇ ਵਿੱਚ ਡਾਟਾ ਪਰਮਾਨੈਂਟ ਨਾ ਹੋਵੇ, ਇਰੇਜ਼ ਹੋ ਸਕਦਾ ਹੋਵੇ, ਉਹ ਮੈਮਰੀ ਕਿਹੜੀ ਹੁੰਦੀ ਹੈ? ਉਹ ਮੈਮਰੀ ਹੁੰਦੀ ਹੈ ਰੈਮ। ਦੇਖੋ ਕਿਵੇਂ, ਆ ROM ਦੋਵਾਂ ਚ ਆ ਰਹੇ ਨਾ। ROM ਦਾ ਮਤਲਬ ਕੀ ਹੁੰਦਾ? ਰੀਡ ਓਨਲੀ ਮੈਮਰੀ। ਮਤਲਬ ਜਿਹਦੇ ਚ ਆਪਾਂ ਰੀਡ ਤਾਂ ਕਰ ਸਕਦੇ ਹਾਂ ਬਟ ਰਾਈਟ ਨਹੀਂ ਕਰ ਸਕਦੇ। ठीक है, ਜਿਹਦੇ ਚ ਲਿਖੇ ਹੋਏ ਡਾਟਾ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਮਤਲਬ ਇਹ ਚ ਡਾਟਾ ਕੀ ਰਹਿਣਾ? ਪਰਮਾਨੈਂਟਲੀ ਸੇਵਡ ਰਹਿਣਾ ਵਾ। ਤਾਂ ਇਹ ਚੋਂ ਡਾਟਾ ਇਰੇਜ਼ ਨਹੀਂ ਹੋ ਸਕਦਾ। ਤਾਂ ਡਾਟਾ ਕੀ ਚੋਂ ਇਰੇਜ਼ ਹੁੰਦਾ ਵਾ? ਰੈਮ ਚੋਂ, ਰੈਂਡਮ ਐਕਸੈਸ ਮੈਮਰੀ। ਠੀਕ ਹੈ, ਇਹ ਚ ਡਾਟਾ ਪਰਮਾਨੈਂਟਲੀ ਸਟੋਰ ਨਹੀਂ ਹੁੰਦਾ ਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਇਹਨਾਂ ਚੋਂ ਕਿਹੜਾ ਸਟੈਂਡਿੰਗ ਕਮੇਟੀ ਦਾ ਪਾਰਟ ਨਹੀਂ ਗਾ। ਤਾਂ ਪਹਿਲਾਂ ਦੇਖੋ ਸਟੈਂਡਿੰਗ ਕਮੇਟੀਜ਼ ਹੁੰਦੀਆਂ ਕੀ ਆ। ਠੀਕ ਹੈ, ਸਟੈਂਡਿੰਗ ਕਮੇਟੀਜ਼ ਕਿੰਨੀਆਂ? ਇੱਕ ਸਪੈਸ਼ਲ ਕਮੇਟੀਜ਼ ਹੁੰਦੀਆਂ ਜਿਹੜੀਆਂ ਕਿ ਵੱਖ-ਵੱਖ ਵਿਭਾਗਾਂ ਦੇ ਲਈ ਬਣਾਈਆਂ ਹੁੰਦੀਆਂ ਵਾ ਤੇ ਉਹਨਾਂ ਨੂੰ ਪਾਲਿਸੀਜ਼ ਵਗੈਰਾ ਬਣਾਉਣ ਬਾਰੇ ਸਲਾਹ ਵਗੈਰਾ ਦੇ ਸਕਦੀਆਂ ਹੁੰਦੀਆਂ। ਠੀਕ ਹੈ, ਮਤਲਬ ਲਾਅ ਨਹੀਂ ਬਣਾਉਂਦੀਆਂ, ਜਸਟ ਸਲਾਹ ਦੇ ਸਕਦੀਆਂ ਹੁੰਦੀਆਂ ਪਾਲਿਸੀਜ਼ ਵਗੈਰਾ ਬਣਾਉਣ ਦੇ ਬਾਰੇ। ਠੀਕ ਹੈ, ਤਾਂ ਇੰਡੀਆ ਦੇ ਵਿੱਚ ਕੀ ਆ ਕਿ 24 ਸਟੈਂਡਿੰਗ ਕਮੇਟੀਜ਼ ਹੈਗੀਆਂ ਨੇ, ਵੱਖ-ਵੱਖ ਡਿਪਾਰਟਮੈਂਟ ਦੀਆਂ 24 ਸਟੈਂਡਿੰਗ ਕਮੇਟੀਜ਼ ਹੈਗੀਆਂ ਨੇ। ਤੇ ਸਟੈਂਡਿੰਗ ਕਮੇਟੀ ਦੇ ਵਿੱਚ 31 ਮੈਂਬਰ ਹੁੰਦੇ ਆ। 21 ਮੈਂਬਰ ਲੋਕ ਸਭਾ ਦੇ ਹੁੰਦੇ ਆ ਤੇ 10 ਮੈਂਬਰ ਰਾਜ ਸਭਾ ਦੇ ਹੁੰਦੇ ਆ। ਠੀਕ ਹੈ, ਤਾਂ ਟੋਟਲ ਕਿੰਨੇ ਹੁੰਦੇ ਆ? 31 ਮੈਂਬਰ ਹੁੰਦੇ ਆ ਸਟੈਂਡਿੰਗ ਕਮੇਟੀ ਦੇ ਵਿੱਚ। ਤੇ ਪਬਲਿਕ ਹੈਲਥ ਨਾਲ ਰਿਲੇਟਡ ਕੋਈ ਵੀ ਸਟੈਂਡਿੰਗ ਕਮੇਟੀ ਇੰਡੀਆ ਦੇ ਵਿੱਚ ਨਹੀਂ ਗੀ। ਠੀਕ ਹੈ, ਇਹ ਚੀਜ਼ ਹੈ। ਅੱਗੇ ਦੇਖੋ, ਵਿਚ ਆਰਟੀਕਲ ਪ੍ਰੋਵਾਈਡਸ ਦਾ ਨੈਸ਼ਨਲ ਲੀਗਲ ਏਡ ਫੰਡ। ਨੈਸ਼ਨਲ ਲੀਗਲ ਏਡ ਫੰਡ ਮਤਲਬ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੀ ਆ? ਨਿਆਇਕ ਸਹਾਇਤਾ ਲਈ ਫੰਡ ਦਿੱਤਾ ਜਾਵੇ। ਨਿਆਇਕ ਸਹਾਇਤਾ ਮਤਲਬ ਉਹਨਾਂ ਦਾ ਕੋਈ ਵੀ ਕੇਸ ਵਗੈਰਾ ਚੱਲਦਾ, ਕੁਛ ਵੀ ਚੱਲਦਾ ਵਾ ਤਾਂ ਉਹਦੇ 'ਚ ਉਹਨਾਂ ਨੂੰ ਹੈਲਪ ਲਈ ਕੁਛ ਨਾ ਕੁਛ ਦਿੱਤਾ ਜਾਵੇ। ਜਿਵੇਂ ਕਿ ਕੋਈ ਸਰਕਾਰੀ ਵਕੀਲ ਹੁੰਦੇ ਆ। ਠੀਕ ਹੈ, ਇਹੋ ਜਿਹੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣ, ਨਿਆਂ ਦੀ ਵਿਵਸਥਾ ਕੀਤੀ ਜਾਵੇ ਗਰੀਬ ਲੋਕਾਂ ਦੇ ਲਈ। ਤਾਂ ਇਹ ਗੱਲ ਕੀਤੀ ਹੈ ਆਰਟੀਕਲ 39A ਦੇ ਵਿੱਚ। ਬਟ ਇਹ ਕਿਹਦੇ ਵਿੱਚ ਮੈਂਸ਼ਨ ਕੀਤੀ ਗਈ ਆ? ਆਰਟੀਕਲ 39। ਆ ਸਾਰੇ ਆਰਟੀਕਲ ਜਿਹੜੇ ਵੀ ਇੱਥੇ ਮੈਂਸ਼ਨ ਕੀਤੇ ਗਏ ਸਾਰੇ ਕੀ ਚਾਹੁੰਦੇ ਆ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। 36 ਤੋਂ ਲੈ ਕੇ 51 ਤੱਕ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹੁੰਦੇ ਆ। ਇਹਨਾਂ 'ਚ ਜਿਹੜੇ ਵੀ ਕਾਨੂੰਨ ਲਿਖੇ ਹੁੰਦੇ ਆ ਉਹ ਸਰਕਾਰ ਦੀ ਗਾਈਡੈਂਸ ਤੇ ਲਿਖੇ ਹੁੰਦੇ ਆ ਕਿ ਇਹੋ ਜਿਹੀਆਂ ਚੀਜ਼ਾਂ ਆਪਾਂ ਦੇਸ਼ ਦੇ ਵਿੱਚ ਕਰਨੀਆਂ ਵਾ। ਠੀਕ ਹੈ, ਇਹ ਉਹਨਾਂ ਤੇ ਲਾਗੂ ਕਰਨੇ ਲਾਜ਼ਮੀ ਨਹੀਂ ਹੁੰਦੇ, ਇਹ ਜਸਟ ਇੱਕ ਦਿਸ਼ਾ ਨਿਰਦੇਸ਼ ਲਈ ਦਿੱਤੇ ਹੁੰਦੇ ਆ।
ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਕਿ ਉਹਨਾਂ ਨੂੰ ਨਿਰਦੇਸ਼ ਕਰਦੇ ਕਿ ਇਵੇਂ ਦੇ ਤਰੀਕਿਆਂ ਨਾਲ ਸਰਕਾਰ ਨੇ ਕੰਮ ਕਰਨਾ, ਇਵੇਂ ਦੀਆਂ ਪਾਲਿਸੀਜ਼ ਬਣਾਉਣੀਆਂ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਆ ਸਾਰੇ ਦੇ ਸਾਰੇ ਇਹਦੇ ਵਿੱਚ ਇੰਪੋਰਟੈਂਟ ਹੈ। ਜਿਵੇਂ ਆਰਟੀਕਲ 51, ਆਰਟੀਕਲ 51 ਕਾਹਦੇ ਬਾਰੇ ਹੈ? ਦੇਖੋ ਆਰਟੀਕਲ 51 ਬਹੁਤ ਜ਼ਿਆਦਾ ਵਾਰ ਐਗਜ਼ਾਮ 'ਚ ਪੁੱਛਿਆ ਹੋਇਆ ਵਾ, ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਇਹ ਹੈਗਾ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਠੀਕ ਹੈ। ਅੱਗੇ ਆਰਟੀਕਲ 34 ਦੀ ਗੱਲ ਕਰੀਏ ਤਾਂ ਆਰਟੀਕਲ 34 ਕਾਹਦੇ ਬਾਰੇ ਆ? ਇਹ ਹੈਗਾ ਵਾ ਕਿ ਜਿਹੜੇ ਆਪਣੇ ਜਦੋਂ ਵੀ ਮਾਰਸ਼ਲ ਲਾਅ ਲੱਗਦਾ, ਮਿਲਟਰੀ ਰੂਲ ਲੱਗਦਾ ਵਾ, ਤਾਂ ਫੰਡਾਮੈਂਟਲ ਰਾਈਟਸ ਤੇ ਰੋਕ ਲੱਗ ਜਾਂਦੀ ਹੈ, ਠੀਕ ਹੈ। 2 ਫੰਡਾਮੈਂਟਲ ਰਾਈਟਸ ਨੂੰ ਛੱਡ ਕੇ ਬਾਕੀ ਸਾਰੇ ਫੰਡਾਮੈਂਟਲ ਰਾਈਟਸ ਤੇ ਕੀ ਆ? ਪਾਬੰਦੀ ਲੱਗ ਜਾਂਦੀ ਆ। ਆਰਟੀਕਲ 20 ਤੇ 21 ਇਹ ਕਦੇ ਸਸਪੈਂਡ ਨਹੀਂ ਹੁੰਦੇ ਗੇ, ਨੈਵਰ, ਠੀਕ ਹੈ। ਬਾਕੀ ਫੰਡਾਮੈਂਟਲ ਰਾਈਟਸ ਕੀ ਆ? ਉਹਨਾਂ ਤੇ ਰਿਸਟ੍ਰਿਕਸ਼ਨ ਲੱਗ ਜਾਂਦੀ ਆ। ਕਦੋਂ? ਜਦੋਂ ਮਿਲਟਰੀ ਰੂਲ ਹੁੰਦਾ ਵਾ, ਮਿਲਟਰੀ ਐਮਰਜੈਂਸੀ ਵੇਲੇ ਇਹਨਾਂ ਦੋਵਾਂ ਤੇ ਪਾਬੰਦੀ ਲੱਗ ਜਾਂਦੀ। ਆਰਟੀਕਲ 20 ਤੇ 21 ਤੇ ਨਹੀਂ ਲੱਗਦੀ ਗੀ, ਠੀਕ ਹੈ। ਆਰਟੀਕਲ 43B, ਆਰਟੀਕਲ 43B ਇਹ ਕਾਹਦੇ ਬਾਰੇ ਆ? ਠੀਕ ਹੈ। ਤਾਂ ਆਰਟੀਕਲ 43B, ਈਵਨ ਆਰਟੀਕਲ 43 ਸਾਰੇ, ਠੀਕ ਹੈ, ਉਹ ਕਾਹਦੇ ਬਾਰੇ ਆ? ਉਹ ਵਰਕਰਸ ਦੇ ਵੇਜਿਸ ਬਾਰੇ, ਵਰਕ ਪਲੇਸ ਦੀ ਮੈਨੇਜਮੈਂਟ ਵਗੈਰਾ ਬਾਰੇ, ਠੀਕ ਹੈ, ਵਰਕਰਸ ਦੇ ਰਾਈਟਸ ਬਾਰੇ ਆ। ਇਹ ਸਾਰੇ ਜਿਹੜੇ ਆ ਆਰਟੀਕਲ 43 ਨਾਲ ਰਿਲੇਟਡ ਆ। ਇਹ ਸਾਰੇ ਕਿਹਦੇ ਬਾਰੇ ਆ? ਵਰਕਰਸ ਦੇ ਰਾਈਟਸ ਬਾਰੇ ਆ, ਠੀਕ ਹੈ। ਅੱਗੇ ਦੇਖੋ ਸਾਡਾ ਜਿਹੜਾ ਵੀ TCS ਦੇ ਜਿੰਨੇ ਵੀ ਆਪਣੇ ਪੇਪਰ ਆਏ ਨੇ ਸਬ ਇੰਸਪੈਕਟਰ ਦੇ, ਉਹਨਾਂ ਸਾਰਿਆਂ ਦੇ ਜਿਹੜੇ ਵੀ ਕੁਐਸਚਨਸ ਨੇ GK ਦੇ, ਮੈਥ ਦੇ, ਰੀਜ਼ਨਿੰਗ ਦੇ, ਠੀਕ ਹੈ, ਤੇ ਉਹਨਾਂ ਨੂੰ ਕੀ ਆ? ਸਬਜੈਕਟ ਵਾਈਜ਼ ਅਲੱਗ-ਅਲੱਗ ਵੀਡੀਓ ਦੀ ਫਾਰਮ ਦੇ ਵਿੱਚ ਕਵਰ ਕੀਤਾ ਗਿਆ ਤੇ ਇੱਕ ਕੋਰਸ ਬਣਾਇਆ ਗਿਆ ਪ੍ਰੋਪਰ, ਤੇ ਕੋਰਸ ਦਾ ਨਾਮ ਹੈਗਾ TCS MCQ ਕੋਰਸ। ਇਹ ਕੋਰਸ ਸਾਡੀ PVS ਕਲਾਸਿਸ ਦੀ ਐਪ ਤੇ ਅਵੇਲੇਬਲ ਹੈ। ਤਾਂ ਤੁਸੀਂ ਜੇ ਇਸ ਕੋਰਸ ਨੂੰ ਬਾਏ ਕਰਨਾ ਚਾਹੁੰਦੇ ਤਾਂ ਐਪ ਨੂੰ ਡਾਊਨਲੋਡ ਕਰਕੇ ਬਾਏ ਕਰ ਸਕਦੇ ਹੋ। ਇਸ ਤੋਂ ਇਲਾਵਾ ਡਾਟਾ ਐਨਾਲਿਟਿਕਸ ਦਾ ਤੇ ਸਬ ਇੰਸਪੈਕਟਰ ਦੀ ਟੈਸਟ ਸੀਰੀਜ਼, ਠੀਕ ਹੈ, ਇਹ ਸਾਰੀਆਂ ਚੀਜ਼ਾਂ ਵੀ ਐਪ ਦੇ ਉੱਪਰ ਅਵੇਲੇਬਲ ਨੇ। ਬਾਕੀ ਹਿਊਮਨ ਰਿਸੋਰਸਿਸ ਦਾ ਤੇ ਕਮਿਊਨਿਟੀ ਵਿਕਟਮ ਸਪੋਰਟ ਦਾ ਵੀ ਕੋਰਸ ਸਾਡੀ ਐਪ ਦੇ ਉੱਪਰ ਅਵੇਲੇਬਲ ਹੈ। ਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦਾ ਫ੍ਰੀ ਮਟੀਰੀਅਲ, ਪੁਰਾਣੇ ਐਗਜ਼ਾਮਸ ਦੇ ਜਿਹੜੇ ਵੀ ਪੰਜਾਬ ਦੇ ਪ੍ਰੀਵੀਅਸ ਪੇਪਰ ਹੋਏ ਨੇ, PPSC ਦੇ, PSSB ਦੇ, ਉਹਨਾਂ ਦੇ ਪੁਰਾਣੇ ਪੇਪਰ ਪਏ ਹੋਏ ਨੇ। ਈਵਨ ਕਿ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਵੀ ਪੁਰਾਣੇ ਪੇਪਰ ਐਪ ਦੇ ਉੱਪਰ ਅਵੇਲੇਬਲ ਨੇ। ਨਾਇਬ ਤਹਿਸੀਲਦਾਰ ਦੇ ਵੀ, ਪਟਵਾਰੀ ਦੇ ਵੀ ਮੌਕ ਟੈਸਟ ਉੱਥੇ ਪਏ ਨੇ। ਕਰੰਟ ਅਫੇਅਰਸ ਅਵੇਲੇਬਲ ਨੇ। ਸੋ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਸਾਡੀ ਐਪ ਦੇ ਉੱਪਰੋਂ ਜਾ ਕੇ ਬਾਈ ਕਰ ਸਕਦੇ ਹੋ। ਈਵਨ ਕਿ ਤੁਹਾਡਾ ਮੰਨ ਲਓ ਇਕੱਲਾ GK ਵੀਕ ਹੈ ਜਾਂ ਇਕੱਲਾ ਮੈਥ ਵੀਕ ਹੈ, ਕੋਈ ਇੱਕ ਸਬਜੈਕਟ ਵੀ ਵੀਕ ਹੈ, ਤੁਸੀਂ ਇੱਕ ਸਬਜੈਕਟ ਦਾ ਕੋਰਸ ਵੀ ਸਾਡੀ ਐਪ ਦੇ ਉੱਪਰ ਬਾਈ ਕਰ ਸਕਦੇ ਹੋ। ਐਪ ਨੂੰ ਖੋਲੋਗੇ, ਐਪ ਦੇ ਵਿੱਚ ਕੋਰਸ ਤੇ ਜਾਓਗੇ ਤਾਂ ਕੋਰਸ ਤੁਹਾਨੂੰ ਇਹ ਵੀ ਦੱਸ ਜਾਏਗਾ ਕਿ ਕਿਹੜੇ ਟੌਪਿਕਸ ਕਵਰ ਕਰਵਾਏ ਹੋਏ ਨੇ, ਠੀਕ ਹੈ। ਉਹ ਵੀ ਤੁਸੀਂ ਉੱਥੇ ਪਹਿਲਾਂ ਚੈੱਕ ਕਰ ਸਕਦੇ ਹੋ ਕਿ ਕਿਹੜੇ ਟੌਪਿਕ ਕਵਰ ਕਰਵਾਏ ਹੋਏ ਨੇ। ਸਾਰਾ ਕੋਰਸ ਆਲਰੇਡੀ ਪੂਰਾ ਕੰਪਲੀਟ ਬਣਾਇਆ ਹੋਇਆ ਹੈ। ਇਹ ਨਹੀਂ ਕਿ ਕੁਝ ਪੈਂਡਿੰਗ ਹੈ, ਕੁਝ ਬਣਾਇਆ ਨਹੀਂ, ਕੋਈ ਟੌਪਿਕ ਕੰਪਲੀਟ ਨਹੀਂ ਕਰਵਾਇਆ। ਸਾਰਾ ਕੋਰਸ ਕੰਪਲੀਟਲੀ ਡਨ ਹੈ। ਸੋ ਤੁਸੀਂ ਉਹ ਬਾਈ ਕਰ ਸਕਦੇ ਹੋ। ਅੱਗੇ ਹੁਣ ਆਪਾਂ ਕੁਐਸਚਨਸ ਕੰਟੀਨਿਊ ਕਰਦੇ ਹਾਂ ਕਿ ਇਹਨਾਂ 'ਚੋਂ ਕਿਹੜਾ ਫੋਕ ਪੇਂਟਿੰਗ ਸਟਾਈਲ ਨਹੀਂ ਗਾ। ਤਾਂ ਦੇਖੋ ਆ ਜਿਹੜੇ ਕਾਲੀਘਾਟ ਪਤਾ, ਵਰਲੀ ਪੇਂਟਿੰਗ, ਠੀਕ ਹੈ, ਮਹਾਰਾਸ਼ਟਰ ਦੀ ਪਤਚਰਿਤਾ, ਠੀਕ ਹੈ, ਇਹ ਸਾਰੇ ਕੀ ਆ? ਆਰਟ ਦੀਆਂ ਫਾਰਮਸ ਨੇ, ਪੇਂਟਿੰਗ ਦੀ ਫਾਰਮਸ ਨੇ। ਬਟ ਜਿਹੜਾ ਪੰਚਕੂਟਾ ਵਾ, ਪੰਚਕੂਟਾ ਇਹ ਇੱਕ ਕੋਈ ਫੂਡ ਆ, ਠੀਕ ਹੈ, ਇਹ ਕੋਈ ਹੈਲਥੀ ਹਰਬਸ ਵਾਲੀ ਫੂਡ ਆ ਪੰਚਕੂਟਾ। ਇਹ ਪੇਂਟਿੰਗ ਦੀ ਇੱਕ ਟਾਈਪ ਨਹੀਂ ਗੀ। ਅੱਗੇ ਦੇਖੋ ਵਿਚ ਸਟੈਂਡਿੰਗ ਕਮੇਟੀ ਪਰਫਾਰਮਸ ਦ ਫੰਕਸ਼ਨਸ relating to establishment of matters and functions relating to communities, buildings, rural housing, village extensions, relief against natural calamities, allied matters and all other matters। ਮਤਲਬ ਜਿਹ 'ਚ ਸਾਰੇ ਐਕਸਟਰਾ all other matters ਹੈ ਨਾ। ਤੁਸੀਂ ਆ ਦੇਖੋ ਕੋਈ ਇੱਕ ਤਰ੍ਹਾਂ ਦੇ ਮੈਟਰਸ ਦੀ ਗੱਲ ਨਹੀਂ ਕੀਤੀ, ਕਮਿਊਨੀਕੇਸ਼ਨ ਦੀ ਵੀ ਗੱਲ ਕਰ ਲਈ ਆ, ਬਿਲਡਿੰਗ ਦੀ ਵੀ, ਰੂਰਲ ਹਾਊਸਿੰਗ ਦੀ ਵੀ, ਪਿੰਡਾਂ ਦੀ ਵੀ, ਹੈ ਨਾ, ਨੈਚੁਰਲ ਕਲੈਮਿਟੀਜ਼ ਮਤਲਬ ਆ ਜਿਹੜੇ ਹੜ੍ਹ ਆ ਗਏ, ਭੂਚਾਲ ਆ ਗਏ, ਤੂਫਾਨ ਆ ਗਏ, ਉਹਨਾਂ ਦੀ ਵੀ ਗੱਲ ਕਰ ਲਈ। ਆਲਮੋਸਟ ਸਾਰੇ ਬਚੇ ਖੁਚੇ ਮੁੱਦੇ ਜਿਹ 'ਚ ਮੈਟਰ 'ਚ ਆ ਗਏ ਆ। ਤੁਸੀਂ ਆਪ ਦੇਖੋ ਕਿਹੜੀ ਕਮੇਟੀ ਸਕਦੀ ਹੈ? ਜਨਰਲ ਸਟੈਂਡਿੰਗ ਕਮੇਟੀ ਇਹ ਹੋ ਸਕਦੀ ਜਿਹ 'ਚ ਸਾਰੇ ਜਨਰਲੀ ਸਾਰੇ ਮੁੱਦੇ ਕਾਊਂਟ ਹੋ ਜਾਂਦੇ, ਹੈ ਨਾ। ਇਕਨੋਮਿਕ ਨਹੀਂ ਹੋਊਗੀ, ਫਾਈਨੈਂਸ ਨਹੀਂ ਹੋਊਗੀ, ਸੋਸ਼ਲ ਜਸਟਿਸ ਨਹੀਂ ਹੋਊਗੀ। ਸੋਸ਼ਲ ਜਸਟਿਸ ਉਹੀ ਹੁੰਦਾ ਕਿ ਜਿਹ 'ਚ ਸਮਾਜ ਦਾ ਕੋਈ ਇੱਕ ਖਾਸ ਤਬਕਾ, ਜਿਵੇਂ ਕੋਈ ਔਰਤਾਂ ਹੋ ਗਈਆਂ, ਕੋਈ ਪਛੜੀਆਂ ਹੋਈਆਂ ਜਾਤੀਆਂ ਸ਼੍ਰੇਣੀਆਂ ਹੋ ਗਈਆਂ, ਉਹਨਾਂ ਦੀ ਗੱਲ ਹੁੰਦੀ ਆ। ਇਹੋ ਜਿਹੀ ਤਾਂ ਕੋਈ ਗੱਲ ਨਹੀਂ ਉੱਪਰ ਕੀਤੀ ਹੋਏਗੀ। ਤਾਂ ਕੁਐਸਚਨ ਤੇ ਪਤਾ ਲੱਗ ਜਾਂਦਾ ਕਿ ਜਨਰਲ ਸਟੈਂਡਿੰਗ ਕਮੇਟੀ ਆ। ਇਹ ਨਹੀਂ ਕਿ ਬਸ ਪੜ੍ਹ ਕੇ ਛੱਡ ਦਿੱਤਾ। ਧਿਆਨ ਨਾਲ ਦੇਖੋ ਆਪਸ਼ਨਾਂ 'ਚੋਂ, ਆਪਸ਼ਨ ਇਹੋ ਜਿਹੇ ਦਿੱਤੇ ਹੋਏ ਜਿਹਨਾਂ ਦਾ ਕੋਈ ਤਾਲੁਕ ਹੀ ਨਹੀਂ ਗਾ ਕੁਐਸਚਨ ਨਾਲ, ਠੀਕ ਹੈ। ਤੇ ਕਾਮਨ ਸੈਂਸ ਵਾਲਾ ਕੁਐਸਚਨ ਸੀ, ਭਾਵੇਂ ਨਾ ਵੀ ਆਉਂਦਾ ਵੀ ਤਾਂ ਵੀ ਕਰ ਸਕਦੇ। ਅੱਗੇ ਦੇਖੋ which among the following fast is for the well-being and longevity of husbands। ਹਸਬੈਂਡ ਦੀ ਲੰਮੀ ਉਮਰ ਵਾਸਤੇ ਕਿਹੜਾ ਵਰਤ ਰੱਖਿਆ ਜਾਂਦਾ? ਤਾਂ ਕਰਵਾ ਚੌਥ ਰੱਖਿਆ ਜਾਂਦਾ, ਠੀਕ ਹੈ। ਸਾਰਿਆਂ ਨੂੰ ਪਤਾ ਹੀ, ਵੈਰੀ ਕਾਮਨ ਕੁਐਸਚਨ ਆ। ਪੰਜਾਬ ਗਵਰਨਮੈਂਟ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਵਾ, ਠੀਕ ਹੈ, ਮਤਲਬ ਇੱਕ ਸਮਝੌਤਾ ਸਾਈਨ ਕੀਤਾ ਪੰਜਾਬ ਸਰਕਾਰ ਨੇ। ਵਰਜਿਨ ਹਾਈਪਰਲੂਪ 1 ਇਹ ਇੱਕ ਕੰਪਨੀ ਹੈ, ਵਰਜਿਨ ਹਾਈਪਰਲੂਪ ਕੰਪਨੀ ਨਾਲ ਪੰਜਾਬ ਸਰਕਾਰ ਨੇ ਇੱਕ ਸਮਝੌਤਾ ਸਾਈਨ ਕੀਤਾ। ਕਾਹਦਾ? ਕਿ ਹਾਈਪਰਲੂਪ ਚਲਾਉਣੀ ਆ 2 ਸ਼ਹਿਰਾਂ ਦੇ ਵਿੱਚ। ਹੁਣ ਹਾਈਪਰਲੂਪ ਕੀ ਹੁੰਦੀ ਆ? ਇਹ ਕੋਈ ਨਵਾਂ ਤਰੀਕਾ ਹੈ, ਮਤਲਬ ਟਰੈਵਲ ਕਰਨ ਦਾ ਬਹੁਤ ਫਾਸਟ, ਠੀਕ ਹੈ। ਹਾਈਪਰਲੂਪ
एक नवा तरीका जिहदे नाल बहुत फास्ट ट्रैवल किया जा सकता वा, ठीक है। तो ये जिहड़ी हाइपरलूप फैसिलिटी चलाउणी है पंजाब सरकार ने अमृतसर ते चंडीगढ़ दे विचाले चलाउणी है, ठीक है। ये की आ वर्जिन हाइपरलूप कंपनी जिहड़ी कि US की कंपनी है उहदे नाल मिल के इन्हां ने ये काम करना है पंजाब सरकार। अगे देखो किहड़ा आर्टिकल आ जिहड़ा कि राष्ट्रपति नूं ये हक दिंदा वा कि ओह किसी दी जिहड़ी सज़ा वा उहनूं माफ़ कर सकदा, घटा सकदा जां फिर रद्द कर सकदा वा, ठीक है। तो ये राइट्स राष्ट्रपति नूं किहड़े आर्टिकल दे अंडर मिलदे आ, ठीक है। तो जे आपां गल करिए तो ये राइट्स राष्ट्रपति नूं मिलदे आ आर्टिकल 72 दे अंडर। राष्ट्रपति नाल रिलेटेड सारे आर्टिकल ही वेरी वेरी इंपोर्टेंट है, ठीक है। जिवें आर्टिकल 52 देखो 51 तक तो आपां नूं पता ही आ। आर्टिकल 51 देखो तुहानूं मैं पिछे भी दस के हटी हाँ 51 की हुंदा पिया वा, आ देखो डायरैक्टिव प्रिंसीपल्स ऑफ स्टेट पॉलिसी 36 तो लैके 51 तक तो डायरैक्टिव प्रिंसीपल्स ऑफ स्टेट पॉलिसी यानी कि राज के नीति निर्देशक सिद्धांत आ 36 तो लैके 51 तक, ठीक है। तो 52वां जिहड़ा वा 52वां जिहड़ा शुरू हो जाता वा 52वें च ये मैंशन किया वा कि एक प्रेजिडेंट की पोस्ट होगी, एक राष्ट्रपति की पोस्ट होगी, मुल्क का एक राष्ट्रपति होगा। ये चीज़ आर्टिकल 52 च मैंशन की हुई है, ठीक है। आर्टिकल 53 च की मैंशन किया हुआ वा कि उहदियां एग्जीक्यूटिव पावर्स की है, एग्जीक्यूटिव पावर्स की दियां राष्ट्रपति दियां शक्तियां ये मैंशन की हुई, ठीक है। आर्टिकल 60 दे विच की आ उहदी सौं ओथ कि राष्ट्रपति नूं सौं कौन दवाऊगा, किवें की प्रोसैस होऊगा, है ना। ये सारा कुछ आर्टिकल 60 दे विच ते आर्टिकल 72 च आपां नूं पता कि वह सज़ा माफ़ कर सकता वा। ते आर्टिकल 61 भी वेरी वेरी इंपोर्टेंट है, ठीक है। ये भी मैं इत्थे लिख देनी आर्टिकल 61 ये च की आ इंपीचमेंट। इंपीचमेंट हुंदा कि राष्ट्रपति नूं अहुदे तो किवें हटाया जाऊगा, किवें उहनूं, ठीक है। तो किवें महाभियोग, ठीक है, इवें कुछ कहिंदे महाभियोग इहनूं पंजाबी च कहिंदे आ। तो इंपीचमेंट बारे आर्टिकल 61 च मैंशन किया है। आर्टिकल सीगे सारे राष्ट्रपति नाल रिलेटेड वेरी वेरी इंपोर्टेंट आर्टिकल सीगे, ठीक है। ते आर्टिकल 54 भी लिख देनी आ। आर्टिकल 54 हुंदा वा इलैक्शन कि इहदी चोण किवें होऊगी, इलैक्शन ऑफ प्रेजिडेंट की चोण किवें होऊगी आर्टिकल 54 दे विच। अगे देखो वो किहड़ी कंपनी आ जिन्हें कि परसनल लोन एप्लीकेशनस नूं बंद करता 2021 दे विच परसनल लोन दी एप्लीकेशनस नूं बंद करता वा। तो कंपनी हैगी आ गूगल, ठीक है। सिंपल करंट अफेयर का एक क्वेश्चन सीगा। करंट अफेयर 2020 तक दे पूछे गए, 2021 के स्टार्टिंग मतलब कि जनवरी तक दे पूछे गए सी, काफ़ी पुराने करंट अफेयर पूछे गए सी, ठीक है। फाइनैंशियल स्टेबिलिटी रिपोर्ट 2021 की ये किहने पेश की है। तो फाइनैंशियल स्टेबिलिटी रिपोर्ट वैसे तो आपां नूं तुक्का ही लग जाता वा कि भी RBI ने की होगी, ठीक है। तो फाइनैंशियल स्टेबिलिटी रिपोर्ट जिहड़ी आ ये RBI ने पेश की है। तो ये साल दे विच 2 बार रिपोर्ट पेश करदी है दी, ठीक है। ट्वाइस अ ईयर 2 बार साल से रिपोर्ट पेश करती है कौन, RBI रिजर्व बैंक ऑफ इंडिया। नैक्सट देखते हैं Ubuntu ऑपरेटिंग सिस्टम। ये ऑपरेटिंग सिस्टम किहड़ी कंपनी का है वा कैनोनिकल लिमिटेड का ये वाला ऑपरेटिंग सिस्टम है। ऑपरेटिंग सिस्टम कि देखो जिवें माइक्रोसॉफ्ट आ ये ऑपरेटिंग सिस्टम की है विंडोज़, जिवें आपां कहने ना विंडो 7 विंडो 8 विंडो 10 वो सारे जिहड़े कंप्यूटर सॉफ्टवेयर चलदा हुंदा वा उहनूं आपां कहने विंडोज़, है ना। वो ऑपरेटिंग सिस्टम हुंदा वा। उवें Ubuntu ऑपरेटिंग सिस्टम है किहड़ी कंपनी का, कैनोनिकल लिमिटेड का, ठीक है। अगे देखो अगे भी हैगियां ने जिवें सन माइक्रो सिस्टम, ठीक है। सन माइक्रो सिस्टम का ऑपरेटिंग सिस्टम किहड़ा वा, सन ऑपरेटिंग सिस्टम, सन OS आ इन्हां दा सन वालियां दा ऑपरेटिंग सिस्टम है। इन्हां दा हैगा वा Ubuntu, आपां नूं क्वेश्चन नहीं पूछा, ठीक है। नैक्सट आ इहदा IBM दा। IBM दा ऑपरेटिंग सिस्टम किहड़ा वा, इन्हां दा ऑपरेटिंग सिस्टम हैगा वा Z ऑपरेटिंग इवें करके ऑपरेटिंग सिस्टम, ठीक है। ZVM इवें करके इन्हां दे ऑपरेटिंग सिस्टम है IBM दे। नैक्सट अगे आपां गल करदे हां कि किहड़ी संविधानक सोध नाल दादरा नगर हवेली नूं केंद्र शासित प्रदेश यानी कि UT बनाया, 7वां UT बनाया। किहड़ी संविधानक सोध नाल किहड़ी अमेंडमेंट नाल दादरा नगर हवेली नूं की है केंद्र शासित प्रदेश का दर्जा दिता वा। तो इसदा राइट आंसर हैगा वा 10वीं अमेंडमेंट नाल, ठीक है। सारियां अमेंडमेंट तो इंपोर्टेंट नहीं होंदियां कि ना ही आपां सारियां याद कर सकते हैं, बट कुछ एक इंपोर्टेंट अमेंडमेंट्स होंदियां ने जिवें 10वीं दे विच ऐड कीता वा दादरा नगर हवेली नूं, ते इस तो अलावा 22वीं दे विच ऐड कीता वा 22nd अमेंडमेंट दे विच ऐड कीता वा मेघालय नूं, ठीक है। 22वीं दे विच ऐड कीता वा मेघालय नूं, ते उस तो अलावा
55ਵੀਂ ਦੇ ਵਿੱਚ 56th ਦੇ ਵਿੱਚ ਐਡ ਕੀਤਾ ਵਾ ਗੋਆ ਨੂੰ ਸਟੇਟ ਦਾ ਦਰਜਾ ਦਿੱਤਾ ਗਿਆ। ਠੀਕ ਹੈ, ਗੋਆ ਨੂੰ ਸਟੇਟ ਬਣਾਇਆ ਗਿਆ 5ਵੀਂ ਦੇ ਵਿੱਚ। ਤੇ ਹੋਰ ਵੀ ਕਈ ਇੰਪੋਰਟੈਂਟ ਜਿਵੇਂ 61ਵੀਂ ਅਮੈਂਡਮੈਂਟ ਆ। ਠੀਕ ਹੈ, ਇਹਦੇ 'ਚ ਕੀ ਹੈ, ਵੋਟਿੰਗ ਏਜ ਕਿੰਨੀ ਕਰਤੀ, 21 ਤੋਂ ਘਟਾ ਕੇ 18 ਸਾਲ ਕਰਤੀ। ਹੁਣ 18 ਸਾਲ ਆ ਨਾ, ਪਹਿਲਾਂ 21 ਸਾਲ ਹੁੰਦੀ ਸੀ। ਐਵੇਂ ਕਈ ਇੰਪੋਰਟੈਂਟ ਅਮੈਂਡਮੈਂਟਸ ਨੇ, ਉਹ ਤੁਸੀਂ ਯਾਦ ਰੱਖਣੀਆਂ ਵਾ। ਅੱਗੇ ਹੁਣ ਆਪਾਂ ਨੈਕਸਟ ਕਰਦੇ ਹਾਂ। ਵਿਚ ਆਫ ਦ ਫੋਲੋਇੰਗ ਇਜ਼ ਇਨਕਰੈਕਟ ਅਬਾਊਟ ਫ੍ਰਿਕਸ਼ਨ ਕੀ ਹੁੰਦਾ ਵਾ, ਰਗੜ ਬਲ। ਠੀਕ ਹੈ, ਤਾਂ ਰਗੜ ਬਲ ਦੇ ਬਾਰੇ ਇਹਨਾਂ 'ਚੋਂ ਕਿਹੜੀ ਸਟੇਟਮੈਂਟ ਗਲਤ ਆ? ਤਾਂ ਪਹਿਲਾਂ ਆਪਾਂ ਬਾਕੀ ਨਹੀਂ ਪੜ੍ਹ ਲਈ, ਨੀਚੇ ਵਾਲੀਆਂ ਬਾਅਦ 'ਚ ਮੈਂ ਐਕਸਪਲੇਨ ਕਰਦੀ ਉੱਪਰਲੀ ਨੂੰ। ਦੇਖੋ, ਜੇ ਸਰਫੇਸ ਰਫ ਹੋਊਗੀ, ਖੁਰਦਰੀ ਹੋਊਗੀ ਤਾਂ ਫ੍ਰਿਕਸ਼ਨ ਵੱਧ ਜਾਊਗੀ। ਹਾਂਜੀ ਬਿਲਕੁਲ। ਜੇ ਕੋਈ ਸਰਫੇਸ ਸਮੂਥ ਹੁੰਦੀ ਆ ਤਾਂ ਆਪਣਾ ਉੱਥੋਂ ਪੈਰ ਜਲਦੀ ਤਿਲਕਦਾ ਵਾ। ਠੀਕ ਹੈ, ਤਾਂ ਰਫ ਸਰਫੇਸ ਹੁੰਦੀ ਆ ਤਾਂ ਰਗੜ ਕੀ ਆ, ਵੱਧਦੀ ਆ, ਆਪਾਂ ਤਿਲਕਦੇ ਨਹੀਂ ਗੇ। ਬਿਲਕੁਲ ਸਹੀ ਗੱਲ ਆ। ਫ੍ਰਿਕਸ਼ਨ ਸਰਫੇਸ ਦੇ ਨੇਚਰ ਤੇ ਡਿਪੈਂਡ ਨਹੀਂ ਕਰਦੀ ਗੀ। ਠੀਕ ਹੈ, ਅਗਲਾ ਫ੍ਰਿਕਸ਼ਨ ਕੀ ਹੁੰਦਾ ਵਾ, ਮੋਸ਼ਨ ਨੂੰ ਰੋਕਦੀ ਆ। ਠੀਕ ਹੈ, ਮੰਨ ਲਓ ਕੋਈ ਚੀਜ਼ ਬਹੁਤ ਸਮੂਥ ਆ, ਹੈ ਨਾ, ਮੰਨ ਲਓ ਮੀਂਹ ਪੈ ਗਿਆ, ਕੋਈ ਜਗ੍ਹਾ ਗਿੱਲੀ ਹੋ ਗਈ ਆ, ਆਪਾਂ ਉਹ ਤਿਲਕ ਗਏ, ਤਾਂ ਦੇਖੋ ਇਹਦਾ ਮਤਲਬ ਕੀ ਆ, ਆਪਾਂ ਤਿਲਕ ਗਏ। ਤਿਲਕਣ ਦਾ ਮਤਲਬ ਕੀ ਹੁੰਦਾ ਕਿ ਆਪਣਾ ਮੋਸ਼ਨ ਆ ਜਿਹੜਾ ਉਹ ਸਟਾਪ ਨਹੀਂ ਹੋ ਸਕਿਆ। ਤਿਲਕਣ ਦਾ ਮਤਲਬ ਕੀ ਹੁੰਦਾ ਵਾ ਕਿ ਆਪਾਂ ਤੁਰ ਰਹੇ ਸੀ ਕਿ ਆਪਣਾ ਮੋਸ਼ਨ ਸਟਾਪ ਨਹੀਂ ਹੋ ਸਕਿਆ, ਤਾਂ ਉਹਨੂੰ ਸਟਾਪ ਕੌਣ ਕਰਦੀ ਆ, ਫ੍ਰਿਕਸ਼ਨ। ਮੰਨ ਲਓ ਕਿਤੇ ਤਿਲਕਣ ਹੋ ਗਈ ਸੀ, ਠੀਕ ਹੈ, ਪਾਣੀ ਪੈ ਗਿਆ, ਕੋਈ ਮਿੱਟੀ ਗਿੱਲੀ ਹੋ ਗਈ, ਤਾਂ ਆਪਾਂ ਤਿਲਕ ਰਹੇ ਹਾਂ। ਇਹਦਾ ਮਤਲਬ ਕੀ ਆ, ਜਦੋਂ ਚੀਜ਼ ਸਮੂਥ ਹੋ ਗਈ ਤਾਂ ਫ੍ਰਿਕਸ਼ਨ ਘਟ ਗਈ ਤੇ ਆਪਣਾ ਮੋਸ਼ਨ ਈਜ਼ੀਲੀ ਸਟਾਪ ਨਹੀਂ ਹੁੰਦਾ ਗਾ। ਠੀਕ ਹੈ, ਬਟ ਮੰਨ ਲਓ ਹੁਣ ਆਪਾਂ ਤੇ ਸੁੱਕੀ ਮਿੱਟੀ ਪਾਤੀ, ਤਿਲਕਣ ਘਟ ਗਈ, ਮਤਲਬ ਕੀ ਆ ਕਿ ਫ੍ਰਿਕਸ਼ਨ ਨਾਲ ਕੀ ਆਪਣਾ ਮੋਸ਼ਨ ਈਜ਼ੀਲੀ ਸਟਾਪ ਹੁੰਦਾ। ਫ੍ਰਿਕਸ਼ਨ ਆਪਣੇ ਮੋਸ਼ਨ ਨੂੰ ਕੰਟਰੋਲ ਕਰਦੀ ਆ। ਠੀਕ ਹੈ, ਇਸੇ ਤਰ੍ਹਾਂ ਮੰਨ ਲਓ ਕੋਈ ਚੱਪਲ ਦੇ ਨੀਚੇ ਡਿਜ਼ਾਈਨ ਬਣਿਆ ਹੁੰਦਾ ਵਾ, ਹੈ ਨਾ, ਟਾਇਰਾਂ ਦੇ ਉੱਪਰ ਵੀ ਇੱਕ ਡਿਜ਼ਾਈਨ ਜਿਹੇ ਬਣੇ ਹੁੰਦੇ ਆ। ਉਹ ਸਾਰੇ ਡਿਜ਼ਾਈਨ ਕਿਉਂ ਬਣੇ ਹੁੰਦੇ ਆ? ਤਾਂ ਜੋ ਚੀਜ਼ ਦੀ ਸਰਫੇਸ ਸਮੂਥ ਨਾ ਰਵੇ, ਥੋੜੀ ਜਿਹੀ ਖੁਰਦਰੀ ਹੋ ਜੇ, ਉੱਥੇ ਫ੍ਰਿਕਸ਼ਨ ਹੋ ਜੇ, ਕਿਉਂਕਿ ਫ੍ਰਿਕਸ਼ਨ ਕੀ ਮੋਸ਼ਨ ਨੂੰ ਕੰਟਰੋਲ ਕਰਦੀ ਆ, ਆਪਾਂ ਨੂੰ ਐਵੇਂ ਮੂਵਮੈਂਟ ਕਰਨ ਤੋਂ ਰੋਕਦੀ ਆ। ਜੇ ਫ੍ਰਿਕਸ਼ਨ ਨਾ ਹੋਵੇ ਤਾਂ ਆਪਾਂ ਤਿਲਕ ਜਾਈਏ। ਠੀਕ ਹੈ, ਆਪਾਂ ਰੁਕ ਹੀ ਨਾ ਸਕੀਏ, ਤਾਂ ਫ੍ਰਿਕਸ਼ਨ ਕੀ ਮੋਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰਦੀ। ਆਹ ਵਾਲਾ ਕਿਉਂ ਰੋਂਗ ਆ? ਉਹਨਾਂ ਨੇ ਕਿਹਾ ਫ੍ਰਿਕਸ਼ਨ ਕੀ ਹੈ, ਐਂਡੋਥਰਮਿਕ ਪ੍ਰੋਸੈਸ ਆ। ਦੇਖੋ ਐਂਡੋਥਰਮਿਕ ਪ੍ਰੋਸੈਸ ਕੀ ਹੁੰਦਾ ਵਾ, ਐਂਡੋ ਤੇ ਐਕਸੋ ਵਰਡ ਦਾ ਮੀਨਿੰਗ ਸਮਝ ਲਓ ਪਹਿਲਾਂ। ਠੀਕ ਹੈ, ਵੈਰੀ ਈਜ਼ੀ। ਐਂਡੋ ਤੇ ਐਕਸੋ, ਐਕਸੋ ਕੀ ਤੋਂ ਬਣਿਆ ਵਾ, ਐਗਜ਼ਿਟ ਤੋਂ ਬਣਿਆ ਐਕਸੋ, ਜਿਹ 'ਚ ਕੁਛ ਬਾਹਰ ਨਿਕਲਦਾ ਵਾ। ਐਂਡੋ ਮਤਲਬ ਐਂਡੋ ਬਣਿਆ ਵਾ ਐਂਟਰ ਤੋਂ, ਐਂਟਰ ਹੁੰਦਾ ਨਾ, ਐਂਟਰ ਤੋਂ, ਜਿਹਦੇ ਵਿੱਚ ਕੁਛ ਆਪਾਂ ਐਡ ਕਰਨਾ ਹੁੰਦਾ, ਕੁਛ ਉਹ 'ਚ ਐਂਟਰ ਕਰਾਉਣਾ ਹੁੰਦਾ। ਇਹ ਕਹਿੰਦੇ ਜੀ ਐਂਡੋਥਰਮਿਕ ਪ੍ਰੋਸੈਸ ਆ। ਥਰਮ ਦਾ ਮਤਲਬ ਕੀ ਹੁੰਦਾ ਵਾ, ਹੀਟ, ਐਨਰਜੀ, ਊਰਜਾ। ਠੀਕ ਹੈ, ਥਰਮ ਮਤਲਬ ਹੀਟ। ਤਾਂ ਕਹਿੰਦੇ ਕਿ ਫ੍ਰਿਕਸ਼ਨ ਦੇ ਲਈ ਆਪਾਂ ਨੂੰ ਹੀਟ ਐਂਟਰ ਕਰਾਉਣੀ ਪੈਂਦੀ ਆ। ਵੀ ਮੰਨ ਲਓ ਆਪਾਂ ਫ੍ਰਿਕਸ਼ਨ ਲਾਉਣੀ, ਕੀ ਆਪਾਂ ਨੂੰ ਹੀਟ ਦੇਣੀ ਪੈਂਦੀ ਆ? ਬਿਲਕੁਲ ਗਲਤ ਗੱਲ ਆ, ਹੀਟ ਤਾਂ ਆਪਾਂ ਨੂੰ ਦੇਣੀ ਨਹੀਂ ਪੈਂਦੀ। ਹਾਂ, ਤੁਸੀਂ ਫ੍ਰਿਕਸ਼ਨ ਵੈਸੇ ਕਰਕੇ ਦੇਖੋ, ਆਪਣੇ ਦੋਵਾਂ ਹੱਥਾਂ ਨੂੰ ਰਗੜ ਕੇ ਦੇਖੋ। ਠੀਕ ਹੈ, ਦੋਵਾਂ ਹੱਥਾਂ ਨੂੰ ਰਗੜ ਕੇ ਦੇਖੋ, ਤਾਂ ਫ੍ਰਿਕਸ਼ਨ ਦੀ ਵਜ੍ਹਾ ਕਰਕੇ ਹੀਟ ਪੈਦਾ ਹੁੰਦੀ ਹੈ, ਹੀਟ ਬਾਹਰ ਨਿਕਲਦੀ ਹੈ। ਤੁਹਾਡੇ ਹੱਥਾਂ 'ਚੋਂ ਸੇਕ ਨਿਕਲਣ ਲੱਗ ਪੈਂਦਾ ਜਦੋਂ ਹੱਥਾਂ ਨੂੰ ਰਗੜਦੇ ਆ, ਹੈ ਨਾ। ਤਾਂ ਫ੍ਰਿਕਸ਼ਨ ਦੀ ਵਜ੍ਹਾ ਕਰਕੇ ਹੀਟ ਬਾਹਰ ਨਿਕਲਦੀ ਹੈ। ਇਹਦਾ ਮਤਲਬ ਫ੍ਰਿਕਸ਼ਨ ਕਿਹੜਾ ਪ੍ਰੋਸੈਸ ਆ, ਐਕਸੋਥਰਮਿਕ ਆ, ਹੈ ਨਾ। ਉਹ 'ਚ ਕੀ ਹੀਟ ਐਗਜ਼ਿਟ ਹੁੰਦੀ ਹੈ, ਹੀਟ ਬਾਹਰ ਨਿਕਲਦੀ ਹੈ। ਤਾਂ ਫ੍ਰਿਕਸ਼ਨ ਐਂਡੋਥਰਮਿਕ ਨਹੀਂ ਗਾ, ਫ੍ਰਿਕਸ਼ਨ ਐਕਸੋਥਰਮਿਕ ਪ੍ਰੋਸੈਸ ਹੈ। ਠੀਕ ਹੈ, ਇਹ ਚੀਜ਼ ਆ। ਛੋਟੀਆਂ ਬਲੱਡ ਵੈਸਲਸ, ਠੀਕ ਹੈ, ਛੋਟੀਆਂ ਬਲੱਡ ਵੈਸਲਸ ਜਿਨ੍ਹਾਂ ਕਰਕੇ ਕੀ ਆ, ਨਿਊਟਰੀਐਂਟਸ ਵਗੈਰਾ, ਵੇਸਟ ਵਗੈਰਾ ਬਾਡੀ ਦੇ ਵਿੱਚ, ਠੀਕ ਹੈ, ਸੈੱਲਾਂ ਦੇ ਵਿੱਚੋਂ ਬਾਹਰ ਵਗੈਰਾ ਨਿਕਲਦੀ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਉਹਨਾਂ ਬਰੀਕ ਬਰੀਕ ਨਾੜਾਂ ਨੂੰ ਕੀ ਕਹਿੰਦੇ ਆ? ਕੈਪਿਲਰੀਜ਼ ਕਹਿੰਦੇ ਆ। ਠੀਕ ਹੈ, ਕੈਪਿਲਰੀਜ਼। ਕੈਪਿਲਰੀ ਐਕਸ਼ਨ ਬਾਰੇ ਵੀ ਪੜ੍ਹਿਆ ਹੋਣਾ ਵਾ, ਉਹ ਵੀ ਮੈਂ ਦੱਸ ਦਿੰਦੀ ਹਾਂ। ਕੈਪਿਲਰੀ ਐਕਸ਼ਨ ਕੀ ਹੁੰਦਾ ਵਾ? ਠੀਕ ਹੈ, ਜਿੱਥੇ ਇੰਨਾ ਕੁਛ ਪੁੱਛ ਰਹੇ ਆ, ਜਾਂ ਵੀ ਬੇਸਿਕ ਜਿਹੀ ਚੀਜ਼ ਕਦੇ ਪੁੱਛ ਸਕਦੇ ਆ, ਕੈਪਿਲਰੀ ਐਕਸ਼ਨ। ਠੀਕ ਹੈ, ਕੈਪਿਲਰੀ ਕਹਿੰਦੀ ਬਿਲਕੁਲ ਕੋਈ ਵੀ ਪਤਲੀ ਜਿਹੀ ਤਾਰ, ਕੋਈ ਪਤਲੀ ਜਿਹੀ ਪਾਈਪ, ਕੋਈ ਪਤਲਾ ਜਿਹਾ ਨਾੜ, ਕੁਛ ਵੀ ਜਿਹੜੀ ਬਿਲਕੁਲ ਬਰੀਕ ਜਿਹੀ ਹੋਵੇ, ਠੀਕ ਹੈ, ਉਹਨੂੰ ਆਪਾਂ ਕੈਪਿਲਰੀ ਕਹਿੰਦੇ ਆ। ਠੀਕ ਹੈ, ਤਾਂ ਕੈਪਿਲਰੀ ਜਿਵੇਂ ਹੁਣ ਪੌਦਿਆਂ ਦੇ ਵਿੱਚ ਕੀ ਹੁੰਦਾ ਵਾ, ਐਵੇਂ ਬਰੀਕ ਬਰੀਕ ਰੇਸ਼ੇ ਹੁੰਦੇ, ਜਿਨ੍ਹਾਂ ਕਰਕੇ ਪੌਦੇ ਕੀ ਐਵੇਂ ਪਾਣੀ ਤਾਂ ਨੂੰ ਖਿੱਚਦੇ, ਧਰਤੀ 'ਚ ਪੌਦੇ ਪਾਣੀ ਤਾਂ ਖਿੱਚਦੇ, ਹੈ ਨਾ, ਬਰੀਕ ਬਰੀਕ ਇਹੋ ਜਿਹੇ ਰੇਸ਼ਿਆਂ ਕਰਕੇ। ਤਾਂ ਇਹ ਪਾਣੀ ਉੱਪਰ ਖਿੱਚਣ ਦੀ ਕਿਰਿਆ ਨੂੰ ਆਪਾਂ ਕੀ ਕਹਿੰਦੇ ਆ? ਕੈਪਿਲਰੀ ਐਕਸ਼ਨ ਕਹਿੰਦੇ ਆ। ਠੀਕ ਹੈ, ਆਹ ਹੈਗਾ ਕਿ ਵੈਸਕਲਚਰ, ਹੈ ਨਾ। ਹਾਂ, ਵੈਸਕਲਚਰ ਇਹ ਕੀ ਹੁੰਦਾ ਵਾ? ਜਦੋਂ ਬਲੱਡ ਵੈਸਲਸ ਆਪਸ ਦੇ ਵਿੱਚ ਕਨੈਕਟ ਹੋਈਆਂ ਹੁੰਦੀਆਂ, ਠੀਕ ਹੈ, ਖਾਸ ਕਰਕੇ ਦਿਲ ਦੇ ਆਸੇ ਪਾਸੇ ਦੀਆਂ ਬਲੱਡ ਵੈਸਲਸ ਆਪਸ 'ਚ ਕਨੈਕਟ ਹੁੰਦੀਆਂ ਵਾ, ਤਾਂ ਉਹਨੂੰ ਆਪਾਂ ਕੀ ਕਹਿੰਦੇ? ਵੈਸਕਲਚਰ। ਠੀਕ ਹੈ, ਹਾਰਟ ਦੇ ਆਸੇ ਪਾਸੇ ਦੀਆਂ ਬਲੱਡ ਵੈਸਲਸ ਜਦੋਂ ਕਨੈਕਟ ਹੁੰਦੀਆਂ, ਹਾਰਟ ਦੇ ਆਸੇ ਪਾਸੇ ਦੀਆਂ, ਉਹਨੂੰ ਵੈਸਕਲਚਰ ਕਹਿੰਦੇ ਆ। ਠੀਕ ਹੈ, ਆਰਟਰੀਜ਼ ਤੁਹਾਨੂੰ ਪਤਾ ਦਿਲ ਦੇ ਵਿੱਚ ਹੁੰਦੀਆਂ ਵਾ, ਤੇ ਵੈਨਿਊਲ, ਠੀਕ ਹੈ, ਵੈਨਿਊਲ ਵੀ ਕੀ ਹੁੰਦੀਆਂ ਵਾ? ਬਲੱਡ ਕਨੈਕਟ ਕਰਨ, ਬਲੱਡ ਇਕੱਠਾ ਕਰਨ ਵਾਲੀਆਂ ਨਾੜਾਂ ਹੁੰਦੀਆਂ, ਵੈਨਿਊਲਸ, ਬਲੱਡ ਇਕੱਠਾ ਕਰਨ ਵਾਲੀਆਂ ਨਾੜਾਂ, ਵੀਨਸ।
ਅੱਗੇ ਦੇਖੋ ਕਿ 2011 ਦਾ ਜਿਹੜਾ ਸਰਵੇਖਣ ਹੋਇਆ ਸੀਗਾ, ਠੀਕ ਹੈ, 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਅਨੁਸਾਰ ਪੰਜਾਬ ਦੀ ਜਿਹੜੀ ਸੈਕਸ ਰੇਸ਼ੋ ਆ, ਠੀਕ ਹੈ, ਜਾਣੀ ਕਿ ਪੰਜਾਬ ਦਾ ਜਿਹੜਾ ਲਿੰਗ ਅਨੁਪਾਤ ਆ ਉਹ ਕਿੰਨਾ ਸੀ, ਠੀਕ ਹੈ। ਇਹ ਕੁਐਸਚਨ ਕਾਫੀ ਵਾਰੀ ਪੁੱਛਿਆ ਗਿਆ ਵਾ, ਮੌਕ ਟੈਸਟਾਂ ਵਗੈਰਾ 'ਚ ਵੀ ਕਾਫੀ ਵਾਰ ਤੁਸੀਂ ਦੇਖੇ ਹੋਣਾ ਵਾ। ਤਾਂ ਪੰਜਾਬ ਦਾ ਜਿਹੜਾ ਲਿੰਗ ਅਨੁਪਾਤ ਆ ਉਹ ਕਿੰਨਾ ਸੀਗਾ? 895 ਸੀਗਾ। ਇਹ ਤਾਂ ਨਾਰਮਲ ਲਿੰਗ ਅਨੁਪਾਤ ਸੀਗਾ। ਜੇ ਆਪਾਂ ਇਕੱਲਾ ਬੱਚਿਆਂ ਦਾ ਕਰੀਏ, ਠੀਕ ਹੈ, ਬਾਲਕਾਂ ਦਾ, ਤਾਂ ਉਹ ਕਿੰਨਾ ਸੀਗਾ? 840, ਠੀਕ ਹੈ, ਇਹ ਸੀਗਾ ਇਕੱਲਾ ਬੱਚਿਆਂ ਦਾ, 840 ਫੀਮੇਲਸ। ਤੇ ਅੱਗੇ ਜੇ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਕਿ ਸਭ ਤੋਂ ਜ਼ਿਆਦਾ ਲਿੰਗ ਅਨੁਪਾਤ ਕਿਹੜੇ ਜ਼ਿਲ੍ਹੇ ਦਾ ਸੀਗਾ, ਠੀਕ ਹੈ, ਤਾਂ ਸਭ ਤੋਂ ਵੱਧ ਲਿੰਗ ਅਨੁਪਾਤ ਸੀਗਾ ਹੁਸ਼ਿਆਰਪੁਰ ਦਾ, ਠੀਕ ਹੈ। ਸਭ ਤੋਂ ਵੱਧ ਲਿੰਗ ਅਨੁਪਾਤ ਵੀ ਹੁਸ਼ਿਆਰਪੁਰ ਦਾ ਸੀ। ਸਭ ਤੋਂ ਵੱਧ ਸਾਖਰਤਾ ਦਰ, ਜਾਣੀ ਕਿ ਲਿਟਰੇਸੀ ਰੇਟ, ਪੜ੍ਹੇ ਲਿਖੇ ਲੋਕ ਸਭ ਤੋਂ ਵੱਧ ਕਿੱਥੋਂ ਦੇ ਆ? ਉਹ ਵੀ ਹੁਸ਼ਿਆਰਪੁਰ ਦੇ ਆ, ਠੀਕ ਹੈ। ਇਹ ਦੋਵੇਂ ਚੀਜ਼ਾਂ ਕਿੱਥੋਂ ਨਾਲ ਰਿਲੇਟਡ ਸੀ? ਹੁਸ਼ਿਆਰਪੁਰ ਨਾਲ। ਇਸਤਰੀ ਸਾਖਰਤਾ, ਜਾਣੀ ਕਿ ਫੀਮੇਲ ਲਿਟਰੇਸੀ ਰੇਟ ਵੀ ਸਭ ਤੋਂ ਵੱਧ ਹੁਸ਼ਿਆਰਪੁਰ ਦਾ ਸੀਗਾ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਵਾ। ਨੈਕਸਟ ਅੱਗੇ ਆਪਾਂ ਗੱਲ ਕਰਦੇ ਹਾਂ ਦਸੰਬਰ 2020 ਦੇ ਵਿੱਚ, ਜਿਹੜੀਆਂ ਓਲੰਪਿਕ ਗੇਮਸ ਹੋਈਆਂ ਸੀ, ਠੀਕ ਹੈ, ਤਾਂ ਉਦੋਂ ਅਨਾਉਂਸ ਕੀਤਾ ਗਿਆ ਕਿ ਅਗਲੇ ਓਲੰਪਿਕ ਗੇਮਸ ਜਿਹੜੀ ਕਿ ਪੈਰਿਸ 'ਚ ਹੋਣੀਆਂ, ਨੈਕਸਟ ਓਲੰਪਿਕ ਗੇਮਸ ਕਿੱਥੇ ਹੋਣੀਆਂ? ਪੈਰਿਸ ਦੇ ਵਿੱਚ, ਠੀਕ ਹੈ। ਉੱਥੇ ਕਿਹੜੀ ਨਵੀਂ ਗੇਮ ਨੂੰ ਐਡ ਕੀਤਾ ਜਾਊਗਾ? 2024 'ਚ ਜਿਹੜੇ ਪੈਰਿਸ ਦੇ ਵਿੱਚ ਓਲੰਪਿਕ ਗੇਮ ਹੋਣੇ ਆ, 2024 'ਚ ਪੈਰਿਸ 'ਚ ਓਲੰਪਿਕ ਗੇਮ ਹੋਣੇ। ਇਹ ਵੀ ਆਪਦੇ ਆਪ 'ਚ ਇੱਕ ਕੁਐਸਚਨ ਹੀ ਆ ਕਿ ਅਗਲੀਆਂ ਓਲੰਪਿਕ ਗੇਮਸ ਕਦੋਂ ਹੋਣੀਆਂ? 2024 'ਚ ਹੋਣੀਆਂ। ਕਿੱਥੇ ਆ? ਪੈਰਿਸ 'ਚ। ਉੱਥੇ ਕਿਹੜੀ ਨਵੀਂ ਗੇਮ ਸ਼ੁਰੂ ਕੀਤੀ ਜਾਊਗੀ? ਬ੍ਰੇਕ ਡਾਂਸ ਸ਼ੁਰੂ ਕੀਤੀ ਜਾਊਗੀ, ਠੀਕ ਹੈ। ਹੁਣ ਪਿੱਛੇ ਜੇ ਕਿਹੜੇ ਓਲੰਪਿਕ ਹੋਏ ਸੀਗੇ? ਟੋਕੀਓ ਓਲੰਪਿਕਸ 2020 ਹੋਏ। ਇਹ 2021 'ਚ, ਬਟ ਕੋਵਿਡ ਕਰਕੇ ਲੇਟ ਹੋ ਗਏ ਸੀਗੇ। ਹੁਣ ਇਹ 2020 'ਚ ਸੀ ਐਕਚੁਅਲ 'ਚ, ਬਟ ਲੇਟ ਹੋ ਗਏ, 2021 'ਚ ਹੋਏ ਆ, ਠੀਕ ਹੈ। ਇਹ 'ਚ ਕਿਹੜੀਆਂ ਨਵੀਆਂ ਗੇਮਸ ਐਡ ਕੀਤੀਆਂ ਸੀਗੀਆਂ? ਇਹ 'ਚ ਐਡ ਕੀਤੀ ਸੀਗੀ ਇੱਕ ਤਾਂ ਮੇਨ ਦੇਖ ਲਓ, ਸਰਫਿੰਗ ਐਂਡ ਕਰਾਟੇ, ਤੇ ਕਲਾਈਂਬਿੰਗ, ਠੀਕ ਹੈ। ਇਹ ਗੇਮਸ ਨਵੀਆਂ ਐਡ ਕੀਤੀਆਂ ਗਈਆਂ ਸੀ 2020 ਦੇ ਟੋਕੀਓ ਓਲੰਪਿਕਸ ਦੇ ਵਿੱਚ। ਨੈਕਸਟ ਦੇਖੋ ਫਰਵਰੀ 2020 ਦੇ ਵਿੱਚ, ਠੀਕ ਹੈ, ਕਹਿੰਦੇ ਕਿ ਕਿਹੜੀ ਪਬਲਿਕ ਸੈਕਟਰ ਅੰਡਰਟੇਕਿੰਗ, ਯਾਨੀ ਕਿ ਕਿਹੜਾ PSU ਆ ਜਿਹਨੇ ਕਿ ਰੇਲ ਟੈਲ ਕਾਰਪੋਰੇਸ਼ਨ ਨਾਲ ਸਮਝੌਤਾ ਕੀਤਾ, ਠੀਕ ਹੈ। ਰੇਲ ਟੈਲ ਕਾਰਪੋਰੇਸ਼ਨ ਨਾਲ ਕੀ ਹੈ? ਡਿਫੈਂਸ ਦੇ ਪ੍ਰੋਜੈਕਟਾਂ ਲਈ, ਕਮਿਊਨੀਕੇਸ਼ਨ ਦੇ ਡਿਫੈਂਸ ਦੇ ਪ੍ਰੋਜੈਕਟਾਂ ਦੇ ਲਈ ਸਮਝੌਤਾ ਕੀਤਾ। ਕਿਹੜੀ ਪਬਲਿਕ ਸੈਕਟਰ ਦੀ ਕੰਪਨੀ ਆ, ਠੀਕ ਹੈ। ਤਾਂ ਤੁਸੀਂ ਦੇਖ ਲਓ ਕਿਹੜੀਆਂ? ਭਾਰਤ ਇਲੈਕਟ੍ਰੋਨਿਕਸ ਲਿਮਟਿਡ, ਠੀਕ ਹੈ। ਸਾਰੀਆਂ ਕੰਪਨੀਆਂ PSU ਨਹੀਂ ਹੁੰਦੀਆਂ ਗੀਆਂ। ਭਾਰਤ ਇਲੈਕਟ੍ਰੋਨਿਕਸ ਲਿਮਟਿਡ ਕੀ ਇੱਕ ਤਰ੍ਹਾਂ ਦੀ ਇੰਡੀਆ ਦੀ ਕਿਹੜੀ ਕੰਪਨੀ ਆ? ਇਹ ਇੱਕ ਨਵਰਤਨਾ ਕੰਪਨੀ ਆ। ਇਹ ਵੀ ਯਾਦ ਰੱਖਣਾ ਵਾ। ਇਹ ਵੀ ਤੁਹਾਨੂੰ ਨਵਰਤਨਾ, ਮਿਨੀ ਰਤਨਾ ਪੁੱਛ ਲੈਂਦੇ ਹੁੰਦੇ ਆ, ਠੀਕ ਹੈ। ਨਵਰਤਨਾ ਕੰਪਨੀ ਆ ਭਾਰਤ ਇਲੈਕਟ੍ਰੋਨਿਕਸ ਲਿਮਟਿਡ। ਨੈਕਸਟ ਦੇਖੋ ਇੰਡੀਅਨ ਕੌਂਸਟੀਟਿਊਸ਼ਨ ਸਾਈਨ ਕਦੋਂ ਹੋਈ ਸੀ? ਇੰਡੀਅਨ ਕੌਂਸਟੀਟਿਊਸ਼ਨ ਆ ਜਿਹੜੀ, ਇਹ ਸਾਈਨ ਹੋਈ ਸੀਗੀ 24 ਜਨਵਰੀ 1950 ਨੂੰ। ਤੇ ਲਾਗੂ ਕਦੋਂ ਹੋਈ ਸੀ? ਤੁਸੀਂ ਦੇਖੋ ਲਾਗੂ ਕਦੋਂ ਹੋਈ ਸੀਗੀ? 26 ਜਨਵਰੀ 1950 ਨੂੰ, ਜਾਣੀ ਕਿ ਰਿਪਬਲਿਕ ਡੇ ਵਾਲੇ ਦਿਨ। ਹੁਣ ਤੁਸੀਂ ਦੇਖੋ ਜਦੋਂ ਬਣ ਗਈ ਸੀ, ਤਿਆਰ ਹੋ ਗਈ ਸੀ, ਤੇ ਫਿਰ 26 ਜਨਵਰੀ ਨੂੰ ਕਾਹਤੋਂ ਲਾਗੂ ਕੀਤੀ ਹੈ? ਕਿਉਂਕਿ ਜਿਹੜਾ ਆਜ਼ਾਦੀ ਤੋਂ ਪਹਿਲਾਂ ਆਪਾਂ ਇੱਕ ਦਿਨ ਮਿੱਥਿਆ ਸੀਗਾ ਕਿ ਵੀ ਆਪਾਂ ਆਜ਼ਾਦੀ ਲੈ ਕੇ ਰਹਿਣੀ ਆ, ਠੀਕ ਹੈ, ਨਹਿਰੂ ਹੁਣਾਂ ਨੇ, ਤੇ ਉਦੋਂ ਉਹ 26 ਤਰੀਕ ਨੂੰ ਕੀ ਆ? ਇੰਡੀਆ ਦਾ ਆਜ਼ਾਦੀ ਦਿਵਸ ਮਨਾਉਂਦੇ ਹੁੰਦੇ ਸੀ। ਤੇ ਹੁਣ ਆਪਾਂ ਨੂੰ ਆਜ਼ਾਦੀ ਤਾਂ ਐਕਚੁਅਲ 'ਚ 15 ਅਗਸਤ ਨੂੰ ਮਿਲੀ ਆ, ਠੀਕ ਹੈ। ਬਟ ਇਹਨਾਂ ਨੇ ਸੋਚਿਆ ਕਿ ਹੁਣ ਉਸ ਦਿਨ ਨੂੰ ਆਪਾਂ ਖਾਸ ਬਣਾਉਣਾ, ਇਸ ਕਰਕੇ ਆਪਾਂ ਆਪਦਾ ਸੰਵਿਧਾਨ ਉਸ ਦਿਨ ਲਾਗੂ ਕਰ ਲੈਂਦੇ ਹਾਂ ਤਾਂ ਜੋ ਉਸ ਦਿਨ ਨੂੰ ਵੀ ਆਪਾਂ ਮਨਾ ਸਕੀਏ। ਪਹਿਲਾਂ ਆਜ਼ਾਦੀ ਤੋਂ ਪਹਿਲਾਂ 26 ਜਨਵਰੀ ਨੂੰ ਆਜ਼ਾਦੀ ਦਿਹਾੜਾ ਮਨਾਉਂਦੇ ਹੁੰਦੇ ਸੀ, ਬਟ ਐਕਚੁਅਲ 'ਚ ਆਜ਼ਾਦੀ ਆਪਾਂ ਨੂੰ ਬਾਅਦ 'ਚ 15 ਅਗਸਤ ਨੂੰ ਮਿਲੀ ਸੀਗੀ, ਠੀਕ ਹੈ। ਤੇ ਕਾਨੂੰਨ ਬਣਨ ਨੂੰ ਕਿੰਨਾ ਸਾਲ ਲੱਗਾ ਸੀਗਾ? ਇਹ ਵੀ ਦੇਖ ਲਓ, 2 ਸਾਲ 11 ਮਹੀਨੇ 18 ਦਿਨ, ਇੰਨਾ ਟਾਈਮ ਲੱਗਾ ਸੀਗਾ ਇੰਡੀਆ ਦਾ ਸੰਵਿਧਾਨ ਬਣਨ ਨੂੰ, ਕੌਂਸਟੀਟਿਊਸ਼ਨ ਬਣਨ ਨੂੰ। ਅੱਗੇ ਦੇਖੋ ਅਸੀਮ ਇੱਕ ਡਿਜੀਟਲ ਪਲੇਟਫਾਰਮ ਆ, ਠੀਕ ਹੈ। ਅਸੀਮ ਇੱਕ ਡਿਜੀਟਲ ਪਲੇਟਫਾਰਮ ਆ, ਠੀਕ ਹੈ, ਜਿਹੜਾ ਕਿ ਜੁਲਾਈ 2020 ਦੇ ਵਿੱਚ ਲਾਂਚ ਹੋਇਆ ਵਾ, ਠੀਕ ਹੈ। ਇਹਦਾ ਪਰਪਸ ਕੀ ਸੀਗਾ, ਕਿਹਨੇ ਬਣਾਇਆ ਵਗੈਰਾ, ਇਹ ਚੀਜ਼ ਪੁੱਛੀ ਹੋਈ ਆ, ਠੀਕ ਹੈ। ਤਾਂ ਅਸੀਮ ਕੀ ਸੀਗਾ? ਇਹਦੀ ਫੁੱਲ ਫਾਰਮ ਕੀ ਆ? ਆਤਮ ਨਿਰਭਰ, ਠੀਕ ਹੈ, ਸਕਿੱਲ ਇੰਪਲੋਇਰ ਮੈਪਿੰਗ। ਆਤਮ ਨਿਰਭਰ, A for ਆਤਮ ਨਿਰਭਰ, ਸਕਿੱਲ ਇੰਪਲੋਇਰ ਮੈਪਿੰਗ, ਠੀਕ ਹੈ। ਇਹ ਅਸੀਮ ਦੀ ਫੁੱਲ ਫਾਰਮ ਆ। ਇਹ ਜਿਹੜਾ ਪਲੇਟਫਾਰਮ ਆ ਇਹ ਕਿਹਦੇ ਵੱਲੋਂ ਡਿਵੈਲਪ ਕੀਤਾ ਗਿਆ ਵਾ? ਤੁਸੀਂ ਆਪ ਹੀ ਦੇਖ ਲਓ। ਹੁਣ ਜੇ ਸਕਿੱਲ ਵਗੈਰਾ ਦੀ ਗੱਲ ਹੋ ਰਹੀ, ਇੰਪਲੋਇਮੈਂਟ ਦੀ ਗੱਲ ਹੋ ਰਹੀ ਆ, ਤਾਂ ਓਬਵੀਅਸਲੀ ਮਿਨਿਸਟਰੀ ਆਫ ਕਲਚਰ ਤੇ ਇਹਨੂੰ ਲਾਗੂ ਨਹੀਂ ਕਰੂਗੀ ਨਾ। ਮਿਨਿਸਟਰੀ ਆਫ ਕਲਚਰ ਇਹਨੂੰ ਲਾਗੂ ਨਹੀਂ ਕਰੂਗੀ। ਇਹਨੂੰ ਲਾਗੂ ਕੀਤਾ ਵਾ
ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੇਨਿਓਰਸ਼ਿਪ, ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੇਨਿਓਰਸ਼ਿਪ ਨੇ ਇਹਨੂੰ ਲਾਗੂ ਕੀਤਾ ਵਾ, ਠੀਕ ਹੈ, ਇਹਨੂੰ ਚਲਾਇਆ ਜਾਂ ਲਾਂਚ ਕੀਤਾ, ਜੋ ਵੀ ਤੁਸੀਂ ਕਹਿ ਲਓ। ਇਹਦਾ ਇਨੀਸ਼ੀਏਟਿਵ ਕੀ, ਇਹ ਇਨੀਸ਼ੀਏਟਿਵ ਦਾ ਪਰਪਸ ਕੀ ਸੀਗਾ ਕਿ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ, ਹੈ ਨਾ। ਜਿਹੜਾ ਇੰਪਲੋਈ ਤੇ ਇੰਪਲੋਇਰ, ਹੈ ਨਾ, ਇੰਪਲਾਈ ਤੇ ਇੰਪਲੋਇਰ ਉਹ ਦੋਵੇਂ ਇਸ ਪਲੇਟਫਾਰਮ ਤੇ ਇਕੱਠੇ ਹੋ ਸਕਣ, ਹੈ ਨਾ। ਜਿਨ੍ਹਾਂ ਨੇ ਜੌਬਸ ਦੇਣੀਆਂ ਵਾ ਉਹ ਆਪਦੇ ਲਈ ਵਰਕਰ ਲੱਭ ਸਕਣ, ਵਰਕਰਾਂ ਨੂੰ ਜੌਬ ਮਿਲ ਸਕਣ, ਠੀਕ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਪਤਾ ਚੱਲ ਸਕੇ ਲੋਕਾਂ ਨੂੰ ਕਿ ਕਿਹੋ ਜਿਹੀਆਂ ਸਕਿੱਲਸ ਦੀ ਮਾਰਕੀਟ ਦੇ ਵਿੱਚ ਨੀਡ ਆ, ਸਰਕਾਰਾਂ ਨੂੰ ਪਤਾ ਚੱਲ ਸਕੇ ਕਿ ਕਿਹੋ ਜਿਹੀਆਂ ਸਕਿੱਲਸ ਕੰਪਨੀ ਨੂੰ ਚਾਹੀਦੀਆਂ ਤਾਂ ਜੋ ਲੋਕਾਂ ਨੂੰ ਉਹ ਜਿਹੀਆਂ ਪੜ੍ਹਾਈਆਂ ਕਰਾਉਣ, ਉਹੋ ਜਿਹੇ ਕੋਰਸ ਕਰਾਉਣ, ਠੀਕ ਹੈ, ਉਹ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਚਲਾਏ ਜਾਣ। ਤੇ ਇਸ ਕਰਕੇ ਜਿਹੜਾ ਪਲੇਟਫਾਰਮ ਹੈ ਸੀਮ ਪਲੇਟਫਾਰਮ ਚਲਾਇਆ ਗਿਆ ਵਾ। ਅੱਗੇ ਦੇਖੋ ਕਿ under which of the following jurisdictions does the power of Supreme Court of India to decide dispute between center and ਤਾਂ ਦੇਖੋ ਸੁਪਰੀਮ ਕੋਰਟ ਸੈਂਟਰ ਤੇ ਸਟੇਟ ਦੇ ਮਸਲਿਆਂ ਨੂੰ ਸੁਲਝਾਉਂਦਾ, ਮਤਲਬ ਕਿ ਕਿਸੇ ਕੇਂਦਰ ਸਰਕਾਰ ਦਾ ਕਿਸੇ ਸੂਬਾ ਸਰਕਾਰ ਨਾਲ ਕੋਈ ਮਸਲਾ ਵਾ ਜਾਂ ਕੁਛ ਵੀ ਆ, ਹੈ ਨਾ, ਤਾਂ ਉਹ ਜਿਹੇ ਸਾਰੇ ਮਸਲਿਆਂ ਨੂੰ ਹੱਲ ਕਰਨ ਦੀ ਪਾਵਰ ਕਿਹਦੇ ਕੋਲ ਹੈ, ਸੁਪਰੀਮ ਕੋਰਟ ਕੋਲ ਹੈਗੀ ਆ, ਹੈ ਨਾ। ਤੇ ਉਸ ਪਾਵਰ ਨੂੰ ਆਪਾਂ ਕੀ ਕਹਿੰਦੇ ਆ, ਉਸ ਪਾਵਰ ਨੂੰ ਕਹਿੰਦੇ ਆ ਓਰੀਜਨਲ ਜਿਊਰਿਸਡਿਕਸ਼ਨ, ਠੀਕ ਹੈ, ਓਰੀਜਨਲ ਜਿਊਰਿਸਡਿਕਸ਼ਨ, ਜਿਹ 'ਚ ਕੀ ਆ ਸੈਂਟਰ ਤੇ ਸਟੇਟ ਦੇ ਮਸਲਿਆਂ ਨੂੰ ਸੁਪਰੀਮ ਕੋਰਟ ਹੱਲ ਕਰਦੀ ਆ, ਠੀਕ ਹੈ। ਨੈਕਸਟ ਦੇਖੋ ਆ ਰਿਟ ਜਿਊਰਿਸਡਿਕਸ਼ਨ, ਇਹ 'ਚ ਕੀ ਆ ਰਿਟ ਲਾਈ ਜਾਂਦੀ ਜਦੋਂ ਕਿਸੇ ਦੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਹੁੰਦੀ ਆ ਤਾਂ ਕੀ ਆ ਸੁਪਰੀਮ ਕੋਰਟ ਦੇ ਵਿੱਚ ਆਰਟੀਕਲ 32 ਦੇ ਅੰਡਰ ਰਿਟ ਲਗਾਈ ਜਾ ਸਕਦੀ ਹੈ, ਠੀਕ ਹੈ। ਆਰਟੀਕਲ 32 ਦੇ ਅੰਡਰ ਰਿਟ ਲਗਾਈ ਜਾ ਸਕਦੀ ਹੈ। ਆਰਟੀਕਲ 32 ਨੂੰ ਹਾਰਟ ਐਂਡ ਸੋਲ ਆਫ ਕੌਂਸਟੀਟਿਊਸ਼ਨ ਵੀ ਕਹਿੰਦੇ ਆ, ਹਾਰਟ ਐਂਡ ਸੋਲ ਆਫ ਕੌਂਸਟੀਟਿਊਸ਼ਨ। ਇਹ ਗੱਲ ਇਹਨੂੰ ਕਿਹਨੇ ਕਹੀ ਸੀਗੀ, ਅੰਬੇਦਕਰ ਨੇ, ਭੀਮ ਰਾਓ ਅੰਬੇਦਕਰ ਨੇ ਇਹ ਗੱਲ ਇਹਦੇ ਬਾਰੇ ਕਹੀ ਸੀ, ਕਿਉਂਕਿ ਇਹ ਉਹ ਰਾਈਟ ਆ ਜਿਹਦੇ ਕਰਕੇ ਬੰਦਾ ਆਪਦੇ ਫੰਡਾਮੈਂਟਲ ਰਾਈਟਸ ਦੀ ਪ੍ਰੋਟੈਕਸ਼ਨ ਕਰ ਸਕਦਾ ਵਾ, ਠੀਕ ਹੈ। ਅੱਗੇ ਕੀ ਆ ਐਡਵਾਈਸਰੀ ਜਿਊਰਿਸਡਿਕਸ਼ਨ, ਠੀਕ ਹੈ। ਇਹਦੇ 'ਚ ਕੀ ਹੁੰਦਾ ਵਾ ਪ੍ਰੈਜ਼ੀਡੈਂਟ, ਜਿਵੇਂ ਮੰਨ ਲਓ ਕੋਈ ਲਾਅ ਬਣਦਾ, ਹੈ ਨਾ, ਕਿਸੇ ਕਾਨੂੰਨ ਨੂੰ ਰਾਜ ਸਭਾ ਨੇ ਪਾਸ ਕਰਤਾ, ਲੋਕ ਸਭਾ ਨੇ ਪਾਸ ਕਰਤਾ, ਠੀਕ ਹੈ, ਉਸ ਤੋਂ ਬਾਅਦ ਉਹ ਕਿਹਦੇ ਕੋਲ ਜਾਂਦਾ ਵਾ ਪ੍ਰੈਜ਼ੀਡੈਂਟ ਕੋਲ, ਹੈ ਨਾ, ਕਿ ਪ੍ਰੈਜ਼ੀਡੈਂਟ ਨੇ ਉਹਦੇ ਤੇ ਸਾਈਨ ਕਰਨੇ ਹੁੰਦੇ ਆ। ਬਟ ਪ੍ਰੈਜ਼ੀਡੈਂਟ ਇਹਨਾਂ ਮਾਮਲਿਆਂ ਦੇ ਵਿੱਚ ਤੇ ਹੋਰ ਵੀ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਹੁੰਦਾ, ਪ੍ਰੈਜ਼ੀਡੈਂਟ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਹੁੰਦਾ। ਤੇ ਇਹਨੂੰ ਕੀ ਕਹਿੰਦੇ ਆ ਐਡਵਾਈਜ਼ਰੀ ਜਿਊਰਿਸਡਿਕਸ਼ਨ, ਕਿ ਇਹ ਨਹੀਂ ਕਿ ਜੇ ਸੁਪਰੀਮ ਕੋਰਟ ਨੇ ਕੋਈ ਗੱਲ ਕਹਿਤੀ ਤਾਂ ਰਾਸ਼ਟਰਪਤੀ ਨੇ ਇਹ ਚੀਜ਼ ਕਰਨੀ ਹੈ, ਰਾਸ਼ਟਰਪਤੀ ਸਿਰਫ ਉਹਦੀ ਸਲਾਹ ਲੈ ਸਕਦਾ ਵਾ, ਇਹ ਕੋਰਟ ਦਾ ਫੈਸਲਾ ਨਹੀਂ ਮੰਨਿਆ ਜਾਊਗਾ, ਇੱਕ ਸਲਾਹ ਮੰਨੀ ਜਾਊਗੀ, ਠੀਕ ਹੈ। ਅੱਗੇ ਕੀ ਆ ਅਪੇਲੇਟ ਜਿਊਰਿਸਡਿਕਸ਼ਨ, ਜਦੋਂ ਕੋਈ ਬੰਦਾ ਨੀਚੇ ਵਾਲੀ ਕੋਰਟ ਜਾਣੀ ਕਿ ਹਾਈ ਕੋਰਟ ਤੋਂ ਕਿਸੇ ਫੈਸਲੇ ਤੋਂ ਅਸੰਤੁਸ਼ਟ ਹੁੰਦਾ ਵਾ, ਹਾਈ ਕੋਰਟ ਦੇ ਕਿਸੇ ਫੈਸਲੇ ਤੋਂ ਬੰਦਾ ਅਸੰਤੁਸ਼ਟ ਆ ਤੇ ਬੰਦਾ ਦੁਬਾਰਾ ਸੁਪਰੀਮ ਕੋਰਟ 'ਚ ਜਾ ਕੇ ਕੇਸ ਕਰਦਾ ਵਾ, ਹੈ ਨਾ, ਤੇ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਹੋਊਗਾ ਉਹ ਆਖਰੀ ਮੰਨਿਆ ਜਾਊਗਾ, ਉਹ ਫੈਸਲੇ ਨੂੰ ਰੱਦ ਨਹੀਂ ਕੀਤਾ ਜਾਊਗਾ। ਤੇ ਇਹਨੂੰ ਆਪਾਂ ਕੀ ਕਹਿੰਦੇ ਆ ਅਪੇਲੇਟ ਜਿਊਰਿਸਡਿਕਸ਼ਨ ਹੈ, ਕਿ ਅਪੀਲ ਕੀਤੀ ਆ, ਠੀਕ ਹੈ। ਅੱਗੇ ਦੇਖੋ ਆਈਪੀਐਲ ਦੇ ਮੈਚ ਹੁੰਦੇ ਆ, ਤਾਂ ਕਿਹੜੀ ਆਈਪੀਐਲ ਦੀ ਟੀਮ ਆ ਉਹਨੇ ਮੈਚ ਤੋਂ ਪਹਿਲਾਂ ਆਪਦਾ ਨਾਮ ਚੇਂਜ ਕਰ ਲਿਆ, ਤਾਂ ਕਿੰਗਸ 11 ਪੰਜਾਬ ਨੇ, ਠੀਕ ਹੈ, ਕਿੰਗਸ 11 ਪੰਜਾਬ ਨੇ ਆਪਦਾ ਨਾਮ ਚੇਂਜ ਕਰਕੇ ਕਰ ਲਿਆ ਪੰਜਾਬ ਕਿੰਗਸ, ਠੀਕ ਹੈ, ਇਹਨੇ ਆਪਣਾ ਨਾਮ ਚੇਂਜ ਕਰਕੇ ਪੰਜਾਬ ਕਿੰਗਸ ਕਰ ਲਿਆ ਵਾ। ਅੱਗੇ ਦੇਖੋ ਕਿ ਸਭ ਤੋਂ ਜ਼ਿਆਦਾ ਕਾਟਨ ਕਿਹੜੇ ਸੂਬੇ 'ਚ ਪ੍ਰੋਡਿਊਸ ਹੁੰਦੀ, ਤਾਂ ਸਭ ਤੋਂ ਜ਼ਿਆਦਾ ਕਾਟਨ ਪ੍ਰੋਡਿਊਸ ਹੁੰਦੀ ਹੈ ਗੁਜਰਾਤ ਦੇ ਵਿੱਚ, ਠੀਕ ਹੈ, ਕਿਉਂਕਿ ਇੱਥੇ ਕੀ ਹੁੰਦੀ ਆ ਕਾਲੀ ਮਿੱਟੀ ਜ਼ਿਆਦਾ ਹੁੰਦੀ, ਤਾਂ ਇੱਥੇ ਕੀ ਆ ਸਭ ਤੋਂ ਜ਼ਿਆਦਾ ਕਪਾਹ ਪੈਦਾ ਹੁੰਦੀ ਹੈ। ਦੇਖੋ ਲੋ ਫ੍ਰੀਕੁਐਂਸੀ ਕੈਨ ਨਾਟ ਬੀ ਟਰਾਂਸਮਿਟਡ ਟੂ ਲੌਂਗ ਡਿਸਟੈਂਸਿਸ, ਠੀਕ ਹੈ, ਕੋਈ ਵੀ ਸਿਗਨਲ ਜਿਹਦੀ ਫ੍ਰੀਕੁਐਂਸੀ ਲੋ ਆ, ਜਿਵੇਂ ਕੋਈ ਸਿਗਨਲ ਸੀ, ਹੈ ਨਾ, ਐਵੇਂ ਜਾਂਦੇ ਜਾਂਦੇ ਵੀਕ ਹੋ ਗਿਆ, ਉਹਦੀ ਫ੍ਰੀਕੁਐਂਸੀ ਲੋ ਆ, ਤਾਂ ਹੁਣ ਉਹਨੂੰ ਆਪਾਂ ਅੱਗੇ ਲੌਂਗ ਡਿਸਟੈਂਸ ਤੇ ਤੱਕ ਉਹਨੂੰ ਨਹੀਂ ਪਹੁੰਚਾ ਸਕਦੇ, ਕਿਉਂਕਿ ਸਿਗਨਲ ਕੀ ਰਾਹ 'ਚ ਜਾਂਦੇ ਜਾਂਦੇ ਕੀ ਹੋ ਜਾਊਗਾ, ਖਤਮ ਹੋ ਜਾਊਗਾ। ਜਿਵੇਂ ਆਪਾਂ ਆਮ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਉਹ 'ਚ ਵੀ ਇਹ ਚੀਜ਼ ਹੁੰਦੀ, ਮੰਨ ਲਓ ਕਿ ਆਪਾਂ ਦੋ ਜਣੇ ਕੋਲ ਬੈਠੇ ਗੱਲਾਂ ਕਰਦੇ ਹਾਂ, ਆਵਾਜ਼ ਕਲੀਅਰ ਸੁਣ ਰਹੀ ਆ, ਉਹੀ ਪਰਸਨ ਕੋਈ ਆਪਣੇ ਤੋਂ ਦੂਰ ਜਾ ਰਿਹਾ, ਉਹਨੂੰ ਆਪਣੀ ਆਵਾਜ਼ ਹੌਲੀ ਹੌਲੀ ਕੀ ਘੱਟਦੀ ਹੋਈ ਸੁਣੂਗੀ, ਤੇ ਇੱਕ ਪੁਆਇੰਟ ਜਾ ਕੇ ਉਹਨੂੰ ਆਪਣੀ ਆਵਾਜ਼ ਕੀ ਸੁਣਨੋਂ ਹਟ ਜੂਗੀ। ਸੇਮ ਗੱਲ ਹੀ ਸਿਗਨਲ ਦੇ ਵਿੱਚ ਹੁੰਦੀ, ਕੋਈ ਸਿਗਨਲ ਆਪਾਂ ਇੱਥੋਂ ਸੈਂਡ ਕਰਦੇ ਹਾਂ, ਟਰਾਂਸਮਿਟ ਕਰਦੇ ਹਾਂ, ਤਾਂ ਸਿਗਨਲ ਹੌਲੀ ਹੌਲੀ ਰਾਹ 'ਚ ਜਾਂਦਾ ਕਿ ਵੀਕ ਹੋ ਜਾਂਦਾ ਵਾ, ਹੈ ਨਾ, ਤੇ ਫਿਰ ਉਸ ਤੋਂ ਬਾਅਦ ਸਿਗਨਲ ਰਾਹ 'ਚ ਕੀ ਹੋ ਜਾਊਗਾ, ਖਤਮ ਹੋ ਜਾਊਗਾ। ਤੇ ਆਪਾਂ ਕੀ ਹੁੰਦਾ ਵਾ ਕਿ ਜਿਵੇਂ ਥਾਂ ਥਾਂ ਤੇ ਆਹ ਟਾਵਰ ਲੱਗੇ ਹੁੰਦੇ ਨਾ, ਥਾਂ ਥਾਂ ਤੇ ਟਾਵਰ ਲੱਗੇ ਹੁੰਦੇ ਕਰਕੇ, ਤਾਂ ਉਹਦਾ ਕੀ ਪਰਪਸ ਹੁੰਦਾ, ਮੰਨ ਲਓ ਕੋਈ ਸਿਗਨਲ ਆਇਆ ਵੀਕ ਹੋ ਗਿਆ, ਆ ਜਿਹੜਾ ਟਾਵਰ ਲੱਗਾ ਵਾ ਇਹਨੇ ਕੀ ਕਰਨਾ, ਉਹ ਸਿਗਨਲ ਨੂੰ ਕੈਚ ਕਰ ਲੈਣਾ ਵਾ, ਉਹਨੂੰ ਕਿਸੇ ਹੋਰ ਸਿਗਨਲ ਦੇ ਨਾਲ, ਹੈ ਨਾ, ਲਪੇਟ ਕੇ ਭੇਜ ਦੇਣਾ। ਉਹ ਲਪੇਟਣ ਦੀ ਕਿਰਿਆ ਨੂੰ ਕੀ ਕਹਿੰਦੇ ਮੋਡੂਲੇਸ਼ਨ, ਠੀਕ ਹੈ, ਲਪੇਟ ਕੇ ਅੱਗੇ ਉਹਨੂੰ ਸਟਰੋਂਗ ਕਰਕੇ ਭੇਜ ਦਿੰਦਾ ਵਾ, ਇਹ ਚੀਜ਼ ਹੁੰਦੀ ਹੈ। ਇਸ ਕਿਰਿਆ ਨੂੰ ਕੀ ਕਹਿੰਦੇ ਆ ਮੋਡੂਲੇਸ਼ਨ। ਅੱਗੇ ਦੇਖੋ ਇਲੈਕਟ੍ਰੋਸਟੈਟਿਕ ਫੋਰਸ, ਇਲੈਕਟ੍ਰੋਸਟੈਟਿਕ ਫੋਰਸ ਬਾਰੇ ਲਾਅ ਕਿਹਨੇ ਦਿੱਤਾ ਵਾ, ਇਹ ਦਿੱਤਾ ਵਾ ਕੂਲਮ ਲਾਅ ਨੇ, ਠੀਕ ਹੈ। ਜਿਹੜੇ ਬੱਚਿਆਂ ਨੇ ਸਾਇੰਸ ਪੜ੍ਹੀ ਆ ਤੇ ਤੁਸੀਂ ਦੇਖ ਲਓ ਫਸਟ ਲਾਅ ਕਿਹੜਾ ਹੁੰਦਾ ਵਾ, ਕੂਲਮਸ ਲਾਅ, ਵੈਰੀ ਫਸਟ ਲਾਅ ਆ 12th ਦੀ ਬੁੱਕ ਦੇ ਵਿੱਚ, ਹੈ ਨਾ, 10th 'ਚ ਵੀ ਕੂਲਮਸ ਲਾਅ ਆਪਾਂ ਪੜ੍ਹਦੇ ਹਾਂ। ਅੱਗੇ ਓਹਮਸ ਲਾਅ 'ਚ ਕੀ ਹੈ ਵੋਲਟੇਜ ਤੇ ਕਰੰਟ ਦਾ ਰਿਲੇਸ਼ਨ ਦੱਸਿਆ ਹੁੰਦਾ ਵਾ, ਠੀਕ ਹੈ। ਗ੍ਰੈਵੀਟੇਸ਼ਨਲ ਲਾਅ ਇਹ 'ਚ ਕੀ ਗ੍ਰੈਵਿਟੀ ਬਾਰੇ ਦੱਸਿਆ ਹੁੰਦਾ ਵਾ, ਤੇ ਲੈਂਜ਼ ਲਾਅ ਇਹ 'ਚ ਵੀ
ਕਰੰਟ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਬਾਰੇ ਦੱਸਿਆ ਜਾਂਦਾ, ਕਰੰਟ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਬਾਰੇ ਦੱਸਿਆ ਜਾਂਦਾ। ਕੂਲਮਸ ਲਾ ਹੁੰਦਾ ਵਾ ਕੀ ਇਲੈਕਟ੍ਰੋਸਟੈਟਿਕ ਫੋਰਸ ਬਾਰੇ, ਕਿ ਦੋ ਚਾਰਜ ਆ ਜਿਹੜੇ ਚਾਹੇ ਪੋਜ਼ਿਟਿਵ ਚਾਰਜ ਹੋਣ, ਚਾਹੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਹੋਣ, ਚਾਹੇ ਦੋਵੇਂ ਨੈਗੇਟਿਵ ਚਾਰਜ ਹੋਣ, ਕੋਈ ਵੀ ਐਵੇਂ ਚਾਰਜ ਵਾਲੀ ਚੀਜ਼ ਪਈ ਆ ਉਹ ਆਪਸ 'ਚ ਕਿਵੇਂ ਅਟਰੈਕਟ ਜਾਂ ਰਿਪੈਲ ਕਰੂਗੀ, ਹੈ ਨਾ, ਕਿਵੇਂ ਆਪਸ 'ਚ ਫੋਰਸ ਵਗੈਰਾ ਲਗਾਊਗੀ, ਇਸ ਚੀਜ਼ ਬਾਰੇ ਕੀ ਦੱਸਿਆ ਵਾ ਕੂਲਮਸ ਲਾਅ ਨੇ। ਨੈਕਸਟ ਦੇਖੋ 73ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ, ਠੀਕ ਹੈ, 73ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਾਹਦੇ ਬਾਰੇ ਆ, ਠੀਕ ਹੈ, ਇਹ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ। 73ਵੀਂ ਅਮੈਂਡਮੈਂਟ ਤੇ 74ਵੀਂ ਅਮੈਂਡਮੈਂਟ ਇਹ ਦੋਵੇਂ ਵੈਰੀ ਵੈਰੀ ਇੰਪੋਰਟੈਂਟ ਆ, ਠੀਕ ਹੈ। 73ਵੀਂ ਅਮੈਂਡਮੈਂਟ 'ਚ ਕੀ ਕੀਤਾ ਸੀਗਾ, 73ਵੀਂ ਅਮੈਂਡਮੈਂਟ ਦੇ ਵਿੱਚ 11ਵਾਂ ਸ਼ਡਿਊਲ ਐਡ ਕੀਤਾ ਸੀਗਾ ਤੇ 74ਵੀਂ ਦੇ ਵਿੱਚ 12ਵਾਂ ਐਡ ਕੀਤਾ ਸੀ, ਠੀਕ ਹੈ, ਇਹ ਚੀਜ਼ ਆ। ਤੇ ਇਹਦੇ ਵਿੱਚ ਕੀ ਪੰਚਾਇਤਾਂ ਦੀ ਗੱਲ ਹੋਈ ਸੀਗੀ, ਪੰਚਾਇਤਾਂ ਬਾਰੇ ਇਹਨਾਂ ਦੇ ਮੈਨੂੰ ਲੱਗਦਾ ਫੇਵਰੇਟ ਕੁਐਸਚਨ ਦਾ ਪੰਚਾਇਤ ਹੀ ਹੈ ਨਾ, ਹਰ ਕੁਐਸਚਨ 'ਚ ਪੰਚਾਇਤ ਬਾਰੇ ਲੈ ਜਾਂਦੇ ਕੁਛ ਨਾ ਕੁਛ। ਤੇ ਜਿਹੜਾ 12ਵਾਂ ਸੀਗਾ 12ਵੀਂ ਸ਼ਡਿਊਲ ਕੀ ਸੀ 74ਵੀਂ ਅਮੈਂਡਮੈਂਟ ਨਾਲ, 74ਵੀਂ ਅਮੈਂਡਮੈਂਟ ਨਾਲ ਐਡ ਕੀਤਾ ਸੀ। ਇਹ ਸੀਗਾ ਮਿਊਨਸੀਪਲ ਕਮੇਟੀਜ਼ ਵਗੈਰਾ ਬਾਰੇ, ਮਿਊਨਸੀਪੈਲਿਟੀਜ਼ ਵਗੈਰਾ ਬਾਰੇ ਸੀਗਾ, ਠੀਕ ਹੈ। ਇਹ ਤੇ ਇਹਨੂੰ ਵੀ ਤੁਸੀਂ ਯਾਦ ਰੱਖਣਾ, ਇਹ ਵੀ ਵੈਰੀ ਵੈਰੀ ਇੰਪੋਰਟੈਂਟ ਆ। ਨੈਕਸਟ ਕੁਐਸਚਨ ਦੇਖਦੇ ਹਾਂ, ਦੇਖੋ ਕਿ ਕਿਹੜੀ ਇੰਡੀਅਨ ਕ੍ਰਿਕਟਰ ਆ ਜਿਹਨੇ ਵਨ ਡੇ ਇੰਟਰਨੈਸ਼ਨਲ ਮੈਚਿਸ ਦੇ ਵਿੱਚ 10,000 ਇੰਟਰਨੈਸ਼ਨਲ ਰਨ ਬਣਾ ਲਏ ਆ, ਵਨ ਡੇ ਇੰਟਰਨੈਸ਼ਨਲ ਮੈਚਿਸ ਦੇ ਵਿੱਚ ਕਿਹੜੀ ਫਸਟ ਇੰਡੀਅਨ ਵੂਮਨ ਕ੍ਰਿਕਟਰ ਆ, ਤਾਂ ਹੈਗੀ ਮਿਥਾਲੀ ਰਾਜ। ਇਹ ਆਪਣੀ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਵੀ ਆ, ਵਿਮਨ ਦੀ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਵੀ ਮਿਥਾਲੀ ਰਾਜ ਆ, ਤੇ ਇਹਨੇ 10,000 ਇੰਟਰਨੈਸ਼ਨਲ ਰਨਸ ਦਾ ਰਿਕਾਰਡ ਵੀ ਬਣਾਇਆ ਵਾ। ਅੱਗੇ ਦੇਖੋ ਵਿਚ ਆਫ ਦਾ ਫਾਲੋਇੰਗ ਸੀਰੀਅਲ ਕ੍ਰੌਪ ਐਜ਼ ਹਾਈਐਸਟ ਕਲਟੀਵੇਟਡ ਏਰੀਆ ਇਨ ਇੰਡੀਆ, ਸਭ ਤੋਂ ਵੱਧ ਜਿਹੜਾ ਏਰੀਆ ਜਾਂ ਰਕਬਾ ਕਿਹੜੀ ਫਸਲ ਦਾ ਬੀਜਿਆ ਜਾਂਦਾ, ਸਭ ਤੋਂ ਵੱਧ ਰਕਬਾ ਕਿਹੜੀ ਫਸਲ ਦਾ ਬੀਜਿਆ ਜਾਂਦਾ, ਉਹ ਹੈਗੀ ਰਾਈਸ। ਤੇ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਨੰਬਰ 1 ਤੇ ਹੈਗਾ ਵੈਸਟ ਬੰਗਾਲ, ਨੰਬਰ 2 ਤੇ ਹੈਗਾ ਯੂਪੀ ਤੇ ਨੰਬਰ 3 ਤੇ ਹੈਗਾ ਵਾ ਪੰਜਾਬ, ਠੀਕ ਹੈ। ਇਹ ਗੱਲ ਕਰ ਰਹੇ ਆਪਾਂ ਰਾਈਸ ਕਲਟੀਵੇਸ਼ਨ ਦੀ। ਅੱਗੇ ਦੇਖੋ ATP ਕੱਪ ਟੈਨਿਸ ਟੂਰਨਾਮੈਂਟ ਇਹ ਕਿਹੜੀ ਕੰਟਰੀ ਨੇ ਜਿੱਤਿਆ ਵਾ, ਠੀਕ ਹੈ। ਤਾਂ ATP ਕੱਪ ਟੈਨਿਸ ਟੂਰਨਾਮੈਂਟ ਇਹ ਜਿੱਤਿਆ ਵਾ ਰਸ਼ੀਆ ਨੇ, ਠੀਕ ਹੈ। ਇਹ ਹੋਇਆ ਕਿੱਥੇ ਸੀ, ਇਹ ਹੋਇਆ ਸੀਗਾ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ, ਠੀਕ ਹੈ। ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਇਹ ਟੂਰਨਾਮੈਂਟ ਹੋਇਆ ਸੀਗਾ, ਇਹ ਜਿੱਤਿਆ ਕਿਹਨੇ ਆ, ਰਸ਼ੀਆ ਨੇ। ਅਗਲਾ ਕੁਐਸਚਨ ਦੇਖਦੇ ਹਾਂ ਯੁੱਧ ਅਭਿਆਸ, ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਪਤਾ ਨਹੀਂ ਕਿੰਨੀ ਵਾਰ ਕਿੰਨੇ ਕੁ ਪੇਪਰਾਂ 'ਚ ਰਿਪੀਟ ਹੋ ਚੁੱਕਾ। ਯੁੱਧ ਅਭਿਆਸ, ਠੀਕ ਹੈ, ਜਿਵੇਂ ਆਰਮੀ ਵਾਲੇ ਆਪਸ 'ਚ, ਠੀਕ ਹੈ, ਲੜਾਈ ਵਗੈਰਾ ਦੀ ਪ੍ਰੈਕਟਿਸ ਕਰਦੇ ਆ, ਉਵੇਂ ਕਈ ਤਰ੍ਹਾਂ ਦੀਆਂ, ਕਈ ਨੇਵੀ ਵਾਲੀਆਂ ਹੁੰਦੀਆਂ, ਕਈ ਏਅਰ ਵਾਲੀਆਂ ਹੁੰਦੀਆਂ, ਏਅਰ ਫੋਰਸ ਦੀਆਂ ਪ੍ਰੈਕਟਿਸਿਸ, ਠੀਕ ਹੈ, ਕਈ ਥਲ ਸੈਨਾ ਦੀਆਂ ਪ੍ਰੈਕਟਿਸਿਸ ਹੁੰਦੀਆਂ ਵਾ, ਉਵੇਂ ਕਈ ਤਰ੍ਹਾਂ ਦੀਆਂ ਪ੍ਰੈਕਟਿਸਿਸ ਵੱਖ-ਵੱਖ ਕੰਟਰੀਆਂ ਕਰਦੀਆਂ ਵਾ, ਠੀਕ ਹੈ। ਤਾਂ ਉਵੇਂ ਯੁੱਧ ਅਭਿਆਸ ਵੀ ਇੰਡੀਆ ਦੀ ਇੱਕ ਪ੍ਰੈਕਟਿਸ ਆ, ਉਹ ਕੌਣ ਕਰਦਾ ਵਾ, ਠੀਕ ਹੈ। ਇਹ ਇੱਕ ਆਰਮੀ ਦੀ ਐਕਸਰਸਾਈਜ਼ ਆ, ਕਿਹਦੀ, ਇੰਡੀਆ ਤੇ US ਦੀ, ਠੀਕ ਹੈ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਅੱਗੇ ਦੇਖੋ ਕਿ ਉਹ ਕਿਹੜਾ ਰਾਜਾ ਵਾ ਜਿਹਨੂੰ ਦਰਵੇਸ਼ੀ ਕਿੰਗ ਕਹਿੰਦੇ ਸੀ, ਦਰਵੇਸ਼ੀ ਕਿੰਗ ਕਹਿੰਦੇ ਸੀਗੇ ਨਸੀਰੁਦੀਨ ਮਹਿਮੂਦ ਨੂੰ, ਨਸੀਰੁਦੀਨ ਮਹਿਮੂਦ ਨੂੰ। ਇਹ ਕਿਹਨੂੰ ਬਿਲੋਂਗ ਕਰਦਾ ਸੀਗਾ, ਸਲੇਵ ਡੈਂਸਿਟੀ, ਸਲੇਵ ਡੈਂਸਿਟੀ ਦਾਸ ਵੰਸ਼, ਦਾਸ ਵੰਸ਼ ਨਾਲ ਸੰਬੰਧ ਰੱਖਦਾ ਸੀਗਾ ਨਸੀਰੁਦੀਨ ਮਹਿਮੂਦ, ਇਹਨੂੰ ਦਰਵੇਸ਼ੀ ਰਾਜਾ ਕਹਿੰਦੇ ਸੀਗੇ। ਅੱਗੇ ਨੈਕਸਟ ਦੇਖੋ ਕਿ ਪੰਜਾਬੀ, ਇਹ ਪਹਿਲਾਂ ਪੁਰਾਣਾ ਰਿਵਾਜ ਹੁੰਦਾ ਸੀਗਾ ਕਿ ਪੰਜਾਬੀ ਫਸਲ ਦੀ ਕਟਾਈ ਤੋਂ ਪਹਿਲਾਂ ਇਕੱਠੇ ਹੁੰਦੇ ਸੀਗੇ, ਆਪਸ 'ਚ ਇਕੱਠੇ ਹੋ ਕੇ, ਇਕੱਠੇ ਆਪਸ 'ਚ ਸੰਦ ਵਗੈਰਾ ਸਾਰੇ ਸਾਂਝੇ ਵਰਤਦੇ ਸੀਗੇ, ਆਪਸ 'ਚ ਰਲ ਕੇ ਫਸਲਾਂ ਵੱਢਦੇ ਸੀ। ਉਦੋਂ ਕਿਹੜਾ ਸੀ ਕਿ ਮਸ਼ੀਨ ਨਾਲ ਫਸਲ ਵੱਢ ਲਈ, ਹੈ ਨਾ, ਉਦੋਂ ਕੀ ਹੁੰਦਾ ਸੀਗਾ ਕਿ ਵੀ ਇਕੱਲਾ ਬੰਦਾ ਤੇ ਫਸਲ ਵੱਢ ਨਹੀਂ ਸਕਦਾ ਗਾ, ਆਪਸ 'ਚ ਰਲ ਕੇ ਗਰੁੱਪ ਬਣਾ ਕੇ, ਜਿਵੇਂ ਘਰਾਂ ਦੇ ਬੰਦੇ ਇਕੱਠੇ ਹੋ ਗਏ ਜਾਂ ਕੁਛ ਵੀ ਐਵੇਂ ਆਪਸ 'ਚ ਜਿਨ੍ਹਾਂ ਦੀ ਬਣਦੀ ਆ ਉਹ ਇਕੱਠੇ ਹੋ ਕੇ ਫਸਲ ਵੱਢਦੇ ਸੀ, ਹੈ ਨਾ, ਵੀ ਪਹਿਲਾਂ ਇੱਕ ਦੇ ਖੇਤਾਂ 'ਚ ਵੱਢ ਲਈ, ਫਿਰ ਦੂਜੇ ਦੇ, ਫਿਰ ਤੀਜੇ ਦੇ, ਇਵੇਂ ਕਰਕੇ ਫਿਰ ਆਪ ਹੀ ਦਾਣੇ ਝਾੜਦੇ ਸੀਗੇ, ਹੱਥਾਂ ਨਾਲ ਹੀ ਦਾਣੇ ਝਾੜਦੇ, ਸਾਰਾ ਕੁਛ ਕਰਦੇ ਸੀਗੇ। ਤਾਂ ਇਕੱਲਾ ਬੰਦਾ ਤਾਂ ਇੰਨੇ ਕੰਮ ਕਰ ਨਹੀਂ ਸਕਦਾ ਕਿ ਫਸਲ ਵੱਢੇ ਵੀ, ਦਾਣੇ ਵੀ ਝਾੜੇ, ਹੈ ਨਾ, ਤੂੜੀ ਵੀ ਬਣਾਵੇ, ਤਾਂ ਉਹ ਸਾਰੇ ਕੰਮ ਰਲ ਕੇ ਕੀਤੇ ਜਾਂਦੇ ਸੀ। ਤੇ ਇਹ ਜਿਹੜਾ ਰਸਮ ਆ ਇਹਨੂੰ ਕੀ ਕਹਿੰਦੇ ਸੀ, ਆਵਤ ਪਾਉਣੀ, ਆਵਤ ਪਾਉਣੀ, ਕਿ ਪਹਿਲਾਂ ਸਾਰਿਆਂ ਨੂੰ ਸੱਦਣਾ ਵੀ ਆ ਜਾਓ, ਆਵਤ ਪਾਉਣੀ, ਹੈ ਨਾ, ਸੱਦਾ ਦੇਣਾ ਵੀ ਰਲ ਕੇ ਫਸਲ ਵੱਢਾਂਗੇ, ਤਾਂ ਇਸ ਕਿਰਿਆ ਨੂੰ ਕਹਿੰਦੇ ਸੀ, ਹੈ ਨਾ। ਅੱਗੇ ਦੇਖੋ ਅਗਲਾ ਕੁਐਸਚਨ ਆ ਕਿ ਕੁਵੇਟਾ, ਕੁਵੇਟਾ ਇੱਕ ਪਾਕਿਸਤਾਨ ਦੇ ਵਿੱਚ ਜਗ੍ਹਾ ਵਾ ਅੱਜ ਕੱਲ੍ਹ, ਠੀਕ ਹੈ, ਪਹਿਲਾਂ ਇੰਡੀਆ 'ਚ ਹੀ ਸੀਗੀ, ਪਾਕਿਸਤਾਨ ਦੇ ਵਿੱਚ ਜਗ੍ਹਾ ਵਾ। ਤੇ ਇੱਥੇ ਕਹਿੰਦੇ ਕਿ ਸਭ ਤੋਂ ਪਹਿਲਾਂ ਵੈਜੀਟੇਬਲ ਸੀਡ ਦੀ ਯੂਨਿਟ ਲਾਇਆ ਗਿਆ ਸੀ, ਵੈਜੀਟੇਬਲ ਸੀਡ, ਠੀਕ ਹੈ, ਸਬਜ਼ੀਆਂ ਦੇ ਬੀਜ ਬਣਾਉਣ ਵਾਲਾ ਜਿਹੜਾ ਸਿਸਟਮ ਆ ਸਭ ਤੋਂ ਪਹਿਲਾਂ ਕੁਵੇਟਾ 'ਚ ਸੈਟਅਪ ਕੀਤਾ ਸੀ। ਤੇ ਕਹਿੰਦੇ ਕਿਹੜੇ ਸਾਲ 'ਚ ਕੀਤਾ ਸੀਗਾ, 1942 'ਚ ਕੀਤਾ ਸੀਗਾ। ਕਿਉਂਕਿ ਪਹਿਲਾਂ ਜਿਹੜੇ ਬੀਜ ਸੀ ਨਾ ਸਬਜ਼ੀਆਂ ਦੇ ਬਾਹਰੋਂ ਮੰਗਵਾਉਂਦੇ ਸੀਗੇ, ਬਟ ਉਦੋਂ ਵਰਲਡ ਵਾਰ ਸੈਕਿੰਡ ਚੱਲ ਰਹੀ ਸੀ, ਇਸ ਕਰਕੇ ਕੀ ਸੀਗਾ, ਇੰਪੋਰਟ ਵਗੈਰਾ ਹੋਣਾ ਕੀ ਬੰਦ ਹੋ ਗਿਆ ਸੀਗਾ, ਇਸ ਕਰਕੇ ਜਿਹੜਾ ਸੀਡ ਪ੍ਰੋਡਕਸ਼ਨ ਦਾ ਪਹਿਲਾ ਯੂਨਿਟ ਆ ਕੁਵੇਟਾ ਪਾਕਿਸਤਾਨ 'ਚ ਲਗਾਇਆ ਗਿਆ ਸੀਗਾ, ਠੀਕ ਹੈ। ਇਹਦੇ ਨਾਲ ਹੀ ਹਿਮਾਚਲ ਤੇ ਕਸ਼ਮੀਰ ਦੇ ਵਿੱਚ ਵੀ ਪ੍ਰੋਡਕਸ਼ਨ ਦੇ ਯੂਨਿਟਸ ਵਗੈਰਾ ਸੀਗੇ, ਠੀਕ ਹੈ, ਜਿਹੜੇ ਇਹਦੇ ਨਾਲ ਰਲ ਕੇ ਕੰਮ ਕਰਦੇ ਸੀ। ਅੱਗੇ ਦੇਖੋ ਕਿ ਖਾਲਿਸਤਾਨ ਦੀ ਲਹਿਰ 1980 ਦੇ ਵਿੱਚ
ਇਹ ਕਿਹਨੇ ਚਲਾਈ ਸੀਗੀ? ਜਰਨੈਲ ਸਿੰਘ ਭਿੰਡਰਾਂਵਾਲੇ। ਨੈਕਸਟ ਕੁਐਸਚਨ ਦੇਖੋ, ਫਸਟ ਖੇਲੋ ਇੰਡੀਆ ਸਪੋਰਟਸ, ਫਸਟ ਖੇਲੋ ਇੰਡੀਆ ਸਪੋਰਟਸ ਦਾ ਜਿਹੜਾ ਸਕੂਲ ਆ ਨਾਰਥ ਈਸਟ ਦੇ ਵਿੱਚ, ਦੇਖੋ ਆਪਣਾ ਇੰਡੀਆ ਨਾ, ਠੀਕ ਹੈ, ਐਵੇਂ ਮੇਰੀ ਡਰਾਇੰਗ ਤੇ ਨਹੀਂ ਜਾਣਾਗਾ, ਆ ਨਾਰਥ ਹੁੰਦਾ ਵਾ, ਸਾਊਥ, ਈਸਟ ਤੇ ਵੈਸਟ, ਇਵੇਂ ਹੁੰਦਾ, ਠੀਕ ਹੈ। ਡਾਇਰੈਕਸ਼ਨਸ ਵੀ ਦੇਖ ਲਓ, ਡਾਇਰੈਕਸ਼ਨ ਦੇਖਣਾ ਪਤਾ ਲੱਗ ਜਾਂਦਾ, ਨਾਰਥ ਈਸਟ, ਨਾਰਥ ਸਾਊਥ, ਈਸਟ ਵੈਸਟ। ਆ ਜਿਹੜੀਆਂ ਨਾਰਥ ਈਸਟ ਜਾਨੀ ਕਿ ਇੱਧਰਲੇ ਪਾਸੇ ਸਟੇਟਸ ਪੈਂਦੀਆਂ ਨੇ, 7 ਸਟੇਟਸ, ਇਹਨਾਂ ਨੂੰ ਨਾਰਥ ਈਸਟ ਸਟੇਟ ਕਹਿੰਦੇ ਆ, ਠੀਕ ਹੈ। ਕਹਿੰਦੇ ਇਹਨਾਂ ਚੋਂ ਕਿਹੜਾ, ਇਹਨਾਂ ਸਟੇਟਾਂ ਚੋਂ ਸਭ ਤੋਂ ਪਹਿਲਾਂ ਕਿਹਦੇ 'ਚ ਖੇਲੋ ਇੰਡੀਆ ਸਪੋਰਟਸ ਦਾ ਸਕੂਲ ਖੋਲ੍ਹਿਆ ਗਿਆ? ਤਾਂ ਖੋਲ੍ਹਿਆ ਗਿਆ ਸ਼ਿਲੋਂਗ ਦੇ ਵਿੱਚ, ਠੀਕ ਹੈ, ਸ਼ਿਲੋਂਗ ਦੇ ਵਿੱਚ ਖੋਲ੍ਹਿਆ ਗਿਆ ਵਾ। ਖੇਲੋ ਇੰਡੀਆ ਗੇਮਸ, ਖੇਲੋ ਇੰਡੀਆ ਗੇਮਸ ਸਭ ਤੋਂ ਪਹਿਲਾਂ ਕਦੋਂ ਹੋਈਆਂ ਸੀਗੀਆਂ? 2018 ਦੇ ਵਿੱਚ ਖੇਲੋ ਇੰਡੀਆ ਗੇਮਸ ਸ਼ੁਰੂ ਕੀਤੀਆਂ ਗਈਆਂ ਸੀਗੀਆਂ। ਤੇ ਹੁਣ ਕੀ ਹੈ, ਨਾਰਥ ਈਸਟ ਦੇ ਵਿੱਚ ਸਭ ਤੋਂ ਪਹਿਲਾਂ ਖੇਲੋ ਇੰਡੀਆ ਸਪੋਰਟਸ ਸਕੂਲ ਸ਼ਿਲੋਂਗ ਦੇ ਵਿੱਚ ਖੋਲ੍ਹਿਆ ਗਿਆ। ਤੇ ਸ਼ਿਲੋਂਗ ਬਾਰੇ ਇੱਕ ਗੱਲ ਹੋਰ ਯਾਦ ਰੱਖਣੀ ਆ ਕਿ ਸ਼ਿਲੋਂਗ ਕੀ ਆ? ਮੇਘਾਲਿਆ ਦੀ ਰਾਜਧਾਨੀ ਆ, ਠੀਕ ਹੈ, ਮੇਘਾਲਿਆ ਦੀ ਕੈਪੀਟਲ ਆ, ਰਾਜਧਾਨੀ ਆ, ਇਹ ਵੀ ਗੱਲ ਤੁਸੀਂ ਯਾਦ ਰੱਖ ਲੈਣੀ। ਇਹ ਨਾਰਥ ਈਸਟ ਸਟੇਟ ਆ। ਅੱਗੇ ਦੇਖੋ, ਵਿਚ ਆਫ ਦ ਫੋਲੋਇੰਗ ਪਰਸਨੈਲਿਟੀਜ਼ ਹੈਵ ਰਿਸੀਵਡ ਪਦਮ ਵਿਭੂਸ਼ਣ ਅਵਾਰਡ, ਠੀਕ ਹੈ। ਪਦਮ ਵਿਭੂਸ਼ਣ ਅਵਾਰਡ ਕਿਹਨੂੰ ਮਿਲਿਆ ਵਾ? ਪਦਮ ਵਿਭੂਸ਼ਣ ਅਵਾਰਡ ਮਿਲਿਆ ਵਾ ਸੁਦਰਸ਼ਨ ਸਾਹੂ ਨੂੰ। ਹੁਣ ਸੁਦਰਸ਼ਨ ਸਾਹੂ ਹੈ ਕੌਣ? ਠੀਕ ਹੈ, ਇਹ ਕੌਣ ਆ? ਇਹ ਇੱਕ ਬੁੱਤਘਾੜ ਆ, ਠੀਕ ਹੈ, ਮੂਰਤੀਕਾਰ ਆ, ਸਕਲਪਚਰ ਆ, ਠੀਕ ਹੈ, ਸਕਲਪਚਰਿਸਟ ਆ, ਠੀਕ ਹੈ, ਮੂਰਤੀਕਾਰ ਆ, ਬੁੱਤਘਾੜ ਆ। ਸੁਦਰਸ਼ਨ ਸਾਹੂ ਇਹ ਕਿੱਥੋਂ ਨੂੰ ਬਿਲੋਂਗ ਕਰਦੇ ਆ? ਉੜੀਸਾ ਤੋਂ। ਇਹ ਕਿੱਥੋਂ ਬਿਲੋਂਗ ਕਰਦੇ ਆ? ਉੜੀਸਾ ਤੋਂ। ਇਹਨਾਂ ਨੂੰ ਪਦਮ ਵਿਭੂਸ਼ਣ ਅਵਾਰਡ ਮਿਲਿਆ ਵਾ। ਨੈਕਸਟ ਅੱਗੇ ਆਪਾਂ ਗੱਲ ਕਰਦੇ ਹਾਂ, ਆਪਾਂ ਗੱਲ ਕਰ ਲਈ ਸੀ ਸੁਦਰਸ਼ਨ ਸਾਹੂ ਜਿਹੜੇ ਉੜੀਸਾ ਦੇ ਆ, ਉਹ ਇੱਕ ਬੁੱਤਘਾੜ ਆ, ਉਹਨਾਂ ਨੂੰ ਪਦਮ ਵਿਭੂਸ਼ਣ ਅਵਾਰਡ ਮਿਲਿਆ ਸੀਗਾ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬੂਲਨ ਅਲਜਬਰਾ ਦੇ ਵਿੱਚ, ਬੂਲਨ ਅਲਜਬਰਾ ਦੇ ਵਿੱਚ ਇਹ ਕਿਹੜੀ ਚੀਜ਼ ਆ ਜਿਹੜੀ ਇੰਪੋਰਟੈਂਟ, ਜਿਹਦੇ 'ਚ ਕੀ ਆ? ਆਰਡਰ, ਆਰਡਰ ਮੈਟਰ ਨਹੀਂ ਕਰਦਾ। ਆਰਡਰ ਦੇਖੋ ਰਾਜੇ, ਆਰਡਰ ਦਾ ਮਤਲਬ ਕੀ ਹੁੰਦਾ? ਮੈਂ ਤੁਹਾਨੂੰ ਪਹਿਲਾਂ ਆਰਡਰ ਦਾ ਮੀਨਿੰਗ ਸਮਝਾ ਦਿੰਦੀ ਹਾਂ। ਜਿਵੇਂ ਦੇਖੋ 5 - 3 ਹੋਵੇ ਤਾਂ ਆਨਸਰ ਕਿੰਨਾ ਆਊਗਾ? 2। ਪਰ ਜੇ 3 - 5 ਹੋਵੇ, 3 ਚੋਂ 5 ਗਏ 2, ਤੇ ਨਿਸ਼ਾਨੀ ਵੱਡੀ ਰਕਮ ਦੀ ਜਾਣੀ ਕਿ ਮਾਈਨਸ। ਤਾਂ ਦੇਖੋ ਜਦੋਂ 5 ਨੂੰ ਅੱਗੇ ਲਿਖਿਆ ਉਦੋਂ ਆਨਸਰ 2 ਆਇਆ, ਜਦੋਂ 5 ਨੂੰ ਪਿੱਛੇ ਲਿਖਿਆ ਤਾਂ ਉਹਦਾ ਆਨਸਰ ਕੀ ਆਇਆ? -2 ਆਇਆ। ਇਹਦਾ ਮਤਲਬ ਚੀਜ਼ਾਂ ਇਹਨਾਂ ਦੀ ਪੋਜੀਸ਼ਨ ਮੈਟਰ ਕਰਦੀ ਹੈ ਨਾ, ਕਿਹੜਾ ਅੱਗੇ ਹੈ ਤੇ ਕਿਹੜਾ ਪਿੱਛੇ ਹੈ, ਜਾਣੀ ਕਿ ਇੱਥੇ ਆਰਡਰ ਮੈਟਰ ਕਰਦਾ, ਠੀਕ ਹੈ। ਬਟ ਕਈ ਹੋਰ ਕੇਸ ਵੀ ਹੁੰਦੇ ਆ, ਜਿਵੇਂ ਦੇਖੋ ਆ ਹੋਵੇ 4 × 3 12, 3 × 4 12, ਹੈ ਨਾ, 3 + 4 7, 4 + 3 7, ਨਾ, ਜਿਵੇਂ 5 + 6 11 ਤੇ 6 + 5 11, ਹੈ ਨਾ। ਤਾਂ ਇਹਨਾਂ ਸਾਰੇ ਐਗਜ਼ਾਮਪਲਾਂ ਦੇ ਵਿੱਚ ਕੀ ਖਾਸ ਗੱਲ ਸੀ ਕਿ ਅੱਖਰ ਅੱਗੇ ਪਿੱਛੇ ਲਿਖਣ ਨਾਲ ਆਨਸਰ ਨੂੰ ਕੋਈ ਫਰਕ ਨਹੀਂ ਪੈਂਦਾ, ਹੈ ਨਾ। ਤਾਂ ਇਹ ਕਹਿੰਦੇ ਪਏ ਆ ਕਿ ਜਦੋਂ ਆਪਣੇ ਲਈ ਆਰਡਰ ਮੈਟਰ ਨਹੀਂ ਕਰਦਾ, ਆਰਡਰ ਮੈਟਰ ਨਹੀਂ ਕਰਦਾ ਬੂਲਨ ਅਲਜਬਰਾ ਦੇ ਵਿੱਚ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਆਪਾਂ ਕਮੂਟੇਟਿਵ ਲਾ ਕਹਿੰਦੇ ਆ ਕਿ ਕੋਈ ਵੀ ਚੀਜ਼ ਜਿੱਧਰ ਮਰਜ਼ੀ ਲਿਖ ਦਿਓ ਕੋਈ ਫਰਕ ਨਹੀਂ ਪੈਂਦਾ। ਤੇ ਇਸ ਲਾਅ ਨੂੰ ਆਪਾਂ ਕੀ ਕਹਿੰਦੇ ਆ? ਕਮੂਟੇਟਿਵ ਲਾਅ। ਜਿਹ 'ਚ ਕੋਈ ਵੀ ਅੱਖਰ ਕਿੱਧਰ ਲਿਖ ਦਿਓ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਹੁੰਦਾ ਕਮੂਟੇਟਿਵ ਲਾਅ। ਅੱਗੇ ਦੇਖੋ, ਆ ਵੀ ਇੱਕ ਸਿੰਪਲ ਜਿਹਾ ਕੁਐਸਚਨ ਹੈ ਬਟ ਜਿਹਨੂੰ ਆਉਂਦਾ ਹੋਊਗਾ। ਦੇਖੋ ਇਹ 'ਚ ਕੀ ਪੁੱਛਿਆ ਵਾ? ਮੋਡੂਲੇਸ਼ਨ ਇੰਡੈਕਸ। ਤੇ ਤੁਹਾਨੂੰ ਪਹਿਲਾਂ ਮੈਂ ਮੋਡੂਲੇਸ਼ਨ ਇੰਡੈਕਸ ਦਾ ਫਾਰਮੂਲਾ ਦੱਸ ਦਿੰਦੀ ਹਾਂ। ਮੋਡੂਲੇਸ਼ਨ ਇੰਡੈਕਸ, ਚਲੋ ਮੈਂ ਤੁਹਾਨੂੰ ਪਹਿਲਾਂ ਦੱਸਾਂ ਮੋਡੂਲੇਸ਼ਨ ਹੈ ਕੀ, ਹੈ ਨਾ। ਮੌਕਾ ਮਿਲਿਆ ਤੇ ਵਧੀਆ ਆਪਾਂ ਇਹਨੂੰ ਐਕਸਪਲੇਨ ਹੀ ਕਰ ਦਿੰਦੇ ਹਾਂ। ਦੇਖੋ ਰਾਜੇ, ਜਿਵੇਂ ਕੋਈ ਸਿਗਨਲ ਇੱਥੋਂ ਜਾਂਦਾ ਵਾ, ਹੈ ਨਾ, ਮੰਨ ਲਓ ਮੇਰਾ ਵੌਇਸ ਸਿਗਨਲ ਹੀ ਪਹੁੰਚ ਰਿਹਾ, ਹੈ ਨਾ, ਮੈਂ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਹਾਂ, ਇਹ ਸਿਗਨਲ ਹੌਲੀ ਹੌਲੀ ਕੀ ਵੀਕ ਹੋ ਰਿਹਾ। ਕਿਉਂ ਵੀਕ ਹੋ ਰਿਹਾ ਵਾ? ਕਿਉਂਕਿ ਆਸੇ ਪਾਸੇ ਬਿਲਡਿੰਗਸ ਆ, ਸਮਾਨ ਆ, ਚੀਜ਼ਾਂ ਪਈਆਂ ਵਾ, ਤੇ ਹਵਾ ਦੇ ਵਿੱਚ ਵੀ ਕਈ ਤਰ੍ਹਾਂ ਦੇ ਪਾਰਟੀਕਲ ਆ ਜਿਹੜੇ ਸਿਗਨਲ ਨੂੰ ਵੀਕ ਕਰਦੇ ਆ, ਹੈ ਨਾ, ਉਹ 'ਚ ਟਕਰਾਉਂਦੇ ਤੇ ਉਹਨੂੰ ਵੀਕ ਕਰਦੇ ਆ, ਹੈ ਨਾ। ਤਾਂ ਆਹ ਮੇਰਾ ਕਿਹੜਾ ਸਿਗਨਲ ਸੀ? ਵੌਇਸ ਸਿਗਨਲ। ਵੌਇਸ ਸਿਗਨਲ, ਇਹਨੂੰ ਮੈਸੇਜ ਸਿਗਨਲ ਵੀ ਕਹਿ ਦਿੰਦੇ ਆ, ਹੈ ਨਾ, ਮੈਸੇਜ ਸਿਗਨਲ ਵੀ ਕਹਿ ਦਿੰਦੇ, ਵੌਇਸ ਸਿਗਨਲ ਵੀ ਕਹਿ ਦਿੰਦੇ। ਇਹ ਵੀਕ ਹੋ ਗਿਆ, ਫਿਰ ਕੀ ਹੁੰਦਾ? ਇੱਕ ਮੋਡੂਲੇਟਰ ਨਾਂ ਦੀ ਡਿਵਾਈਸ ਹੁੰਦੀ ਹੈ, ਮੋਡੂਲੇਟਰ। ਇਹ ਕੀ ਕਰਦੀ ਆ? ਇਸ ਸਿਗਨਲ ਨੂੰ, ਇਸ ਵੀਕ ਸਿਗਨਲ ਨੂੰ ਕੈਚ ਕਰਦੀ ਆ, ਠੀਕ ਹੈ, ਤੇ ਇਸ ਵੀਕ ਸਿਗਨਲ ਨੂੰ ਕੈਚ ਕਰਕੇ ਇਹਨੂੰ ਇੱਕ ਹੋਰ ਨਵੇਂ ਸਿਗਨਲ ਦੇ ਨਾਲ ਲਪੇਟ ਕੇ ਇਹਨੂੰ ਸਟਰੋਂਗ ਕਰਕੇ ਬਾਹਰ ਭੇਜਦੀ ਹੈ, ਠੀਕ ਹੈ। ਆਹ ਵੌਇਸ ਸਿਗਨਲ ਸੀ, ਤੇ ਆਹ ਜਿਹਦੇ ਨਾਲ ਇਹਨੂੰ ਲਪੇਟਦੀ ਆ ਇਹਨੂੰ ਕੀ ਕਹਿੰਦੇ? ਕੈਰੀਅਰ ਸਿਗਨਲ। ਇਹਨੂੰ ਕਿਸੇ ਕੈਰੀਅਰ ਸਿਗਨਲ ਦੇ ਨਾਲ ਲਪੇਟ ਕੇ ਇਹਨੂੰ ਸਟਰੋਂਗ ਕਰਕੇ ਭੇਜਦੀ ਹੈ, ਠੀਕ ਹੈ। ਇਹ ਪ੍ਰੋਸੈਸ ਹੁੰਦਾ ਮੋਡੂਲੇਸ਼ਨ ਦਾ, ਹੈ ਨਾ। ਹੁਣ ਉਹ ਮੋਡੂਲੇਸ਼ਨ ਹੋਊਗੀ ਕਿੰਨੀ ਕੁ, ਚੀਜ਼ ਕਿੰਨੀ ਕੁ ਜ਼ਿਆਦਾ ਸਟਰੋਂਗ ਹੋਊਗੀ, ਕਿੰਨੀ ਕੁ ਜ਼ਿਆਦਾ ਸਟਰੋਂਗ ਹੋਊਗੀ। ਮੰਨ ਲਓ ਕੋਈ ਸਿਗਨਲ ਸੀ ਪਹਿਲਾਂ, ਉਹਦੀ ਵੈਲਿਊ ਸੀਗੀ 2, ਉਹ ਜ਼ਿਆਦਾ ਸਟਰੋਂਗ ਹੋ ਕੇ ਕਿੰਨੀ ਹੋ ਗਈ ਹੋਵੇ? 6, ਉਹਦਾ ਸਟਰੋਂਗ ਹੋ ਕੇ ਕਿੰਨੀ ਹੋ ਗਈ ਹੋਵੇ? 10। ਚੀਜ਼ ਕਿੰਨੀ ਕੁ ਜ਼ਿਆਦਾ ਸਟਰੋਂਗ ਹੋਊਗੀ, ਉਸ ਚੀਜ਼ ਨੂੰ ਮੈਨੂੰ ਆਪਾਂ ਕੀ ਕਹਿੰਦੇ? ਮੋਡੂਲੇਸ਼ਨ ਇੰਡੈਕਸ। ਇਹ ਚੀਜ਼ ਕਿੰਨੀ ਕੁ ਜ਼ਿਆਦਾ ਸਟਰੋਂਗ ਹੋਊਗੀ। ਹੁਣ ਮੋਡੂਲੇਸ਼ਨ ਇੰਡੈਕਸ ਦਾ ਫਾਰਮੂਲਾ ਦੇਖ ਲਓ ਕੀ
ਪਹਿਲਾਂ ਮੈਂ ਤੁਹਾਨੂੰ ਰਕਮ ਪੜ੍ਹ ਕੇ ਵੈਸੇ ਸੁਣਾ ਦਿੰਦੀ ਹਾਂ, ਪਤਾ ਤਾਂ ਹੋਵੇ ਕਿ ਕੀ ਪੁੱਛਿਆ ਵਾ। ਕਹਿੰਦੇ ਕਿ ਮੈਸੇਜ ਸਿਗਨਲ ਜਿਹਦੀ ਫ੍ਰੀਕੁਐਂਸੀ ਇੰਨੀ ਆ ਤੇ ਉਹਦੀ ਪੀਕ ਵੋਲਟੇਜ ਇੰਨੀ ਆ, ਠੀਕ ਹੈ, ਉਹਨੂੰ ਆਪਾਂ ਕਿਸੇ ਕੈਰੀਅਰ ਸਿਗਨਲ ਨਾਲ ਲਪੇਟਤਾ, ਮੋਡੂਲੇਟ ਕਰਤਾ, ਤੇ ਕੈਰੀਅਰ ਸਿਗਨਲ ਦੀ ਫ੍ਰੀਕੁਐਂਸੀ ਇੰਨੀ ਆ, ਠੀਕ ਹੈ, ਤੇ ਪੀਕ ਵੋਲਟੇਜ ਇੰਨੀ ਆ, ਇਹ ਚੀਜ਼ ਦੱਸੀ ਹੋਈ ਆ। ਤੇ ਮੋਡੂਲੇਸ਼ਨ ਇੰਡੈਕਸ ਦੱਸੋ। ਤਾਂ ਮੋਡੂਲੇਸ਼ਨ ਇੰਡੈਕਸ ਤੁਸੀਂ ਕਿਵੇਂ ਕੱਢਣਾ? ਸਿੰਪਲੀ ਮੈਸੇਜ ਸਿਗਨਲ ਦੀ ਵੋਲਟੇਜ ਬਟਾ ਕੈਰੀਅਰ ਸਿਗਨਲ ਦੀ ਵੋਲਟੇਜ, ਆਹ ਫਾਰਮੂਲਾ। ਹੁਣ ਤੁਸੀਂ ਆਪ ਦੇਖੋ, ਮੈਸੇਜ ਸਿਗਨਲ ਦੀ ਵੋਲਟੇਜ ਕਿੰਨੀ ਆ? 1, ਤੇ ਕੈਰੀਅਰ ਸਿਗਨਲ ਦੀ ਵੋਲਟੇਜ ਕਿੰਨੀ ਆ? 2, 1/2, 0.5 ਆਨਸਰ, ਠੀਕ ਹੈ। ਤੇ ਤੁਹਾਨੂੰ ਮੈਂ ਮੋਡੂਲੇਸ਼ਨ ਵੀ ਦੱਸਤਾ ਵਾ, ਵੌਇਸ ਤੇ ਕੈਰੀਅਰ ਸਿਗਨਲ ਵੀ ਦੱਸਤਾ ਕੀ ਹੁੰਦੇ ਆ, ਮੋਡੂਲੇਸ਼ਨ ਪ੍ਰੋਸੈਸ, ਮੋਡੂਲੇਸ਼ਨ ਇੰਡੈਕਸ, ਸਾਰਾ ਕੁਛ ਇਹਦੇ 'ਚ ਆਪਾਂ ਐਕਸਪਲੇਨ ਕਰਤਾ ਵਾ, ਠੀਕ ਹੈ। ਤਾਂ ਇੱਥੇ ਆਪਣਾ ਟੌਪਿਕ ਖਤਮ ਹੁੰਦਾ ਵਾ, ਜੀਕੇ ਦੇ ਸਾਰੇ ਕੁਐਸਚਨਸ ਜੀ ਇੱਥੇ ਖਤਮ ਹੁੰਦੇ ਨੇ, ਠੀਕ ਹੈ। ਇਸ ਤੋਂ ਅੱਗੇ ਤਾਂ ਮੈਥ ਦੇ ਕੁਐਸਚਨਸ ਨੇ, ਤੇ ਆਪਾਂ ਸਬ ਇੰਸਪੈਕਟਰ ਦੇ ਵੀ ਸਾਰੇ ਜੀਕੇ, ਮੈਥ, ਰੀਜ਼ਨਿੰਗ ਦੇ ਸਾਰੇ ਕੁਐਸਚਨਸ ਦਾ ਕੋਰਸ ਬਣਾ ਕੇ ਆਪਣੀ ਐਪ ਤੇ ਪਾਇਆ ਹੋਇਆ ਵਾ। TCS MCQ ਕੋਰਸ, ਉਸ ਕੋਰਸ ਦਾ ਨਾਮ ਹੈ। ਤੁਸੀਂ ਐਪ ਨੂੰ ਡਾਊਨਲੋਡ ਕਰਕੇ ਬਾਏ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀਡੀਓ ਚੰਗੀ ਲੱਗੇ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਓ, ਠੀਕ ਹੈ। ਇਹਦੇ ਨਾਲ ਸਾਡਾ ਹੌਸਲਾ ਵੱਧਦਾ ਕਿ ਅਸੀਂ ਅੱਗੇ ਹੋਰ ਲੈਕਚਰਸ ਬਣਾਈਏ, ਠੀਕ ਹੈ, ਬੱਚਿਆਂ ਨੂੰ ਪੜ੍ਹਾਉਣ ਦੇ ਲਈ ਹੈਲਪ ਕਰੀਏ, ਸਾਡੀ ਮੋਟੀਵੇਸ਼ਨ ਬਣੀ ਰਹੇ। ਇਸ ਕਰਕੇ ਲੈਕਚਰ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।